ਪਰ ਇਹ ਕਿਸੇ ਨੇ ਨਹੀਂ ਦੇਖਿਆ ਸੀ ਕਿ ਸਨੀ ਦਿਓਲ ਲੋਕਾਂ ਵਾਸਤੇ ਕਦੋਂ ਖੜਿਆ, ਕਿਹੜੇ ਮੁੱਦਿਆਂ ਤੇ ਖੜਿਆ। ਇਸ ਚੀਜ਼ ਨੂੰ ਕਿਸੇ ਨੇ ਨਹੀਂ ਉਸ ਟਾਈਮ ਵੋਟ ਪਾਉਣ ਲੱਗੇ ਦੇਖਿਆ। ਤੇ ਉਹਦਾ ਖਾਮਿਆਜਾ ਅੱਜ ਗੁਰਦਾਸਪੁਰ ਦੇ ਲੋਕ ਭੁਗਤ ਰਹੇ। ਵਿਆਹਾਂ ਭੋਗਾਂ ਦੀ ਰਾਜਨੀਤੀ ਹੈ, ਉਹ ਵੱਡੇ ਲੀਡਰਾਂ ਨੂੰ, ਫੁੱਲ ਟਾਈਮ ਲੀਡਰਾਂ ਨੂੰ ਸੂਟ ਕਰਦੀ ਹੈ। ਬਾਕੀ ਕਈ ਪਾਰਟੀਆਂ 'ਚ ਕਿਹਾ ਜਾਂਦਾ ਪਾ ਜੋ ਆਪਾਂ ਮੋਚੀ ਨੂੰ MLA ਬਣਾ ਦਾਂਗੇ, ਉਹ ਕੋਈ ਸਿਰਫ ਹਵਾ ਹਵਾਈ ਗੱਲਾਂ। ਗਾਣਾ ਬੜਾ ਪ੍ਰਚਲਿਤ ਹੋਇਆ ਸੀ ਬੱਬੂ ਮਾਨ ਹੋਰਾਂ ਦਾ ਕਿ ਬਾਪੂ ਕਿੱਲਾ ਗਹਿਣੇ ਕਰਦੇ ਮੈਂ ਰੈਲੀ ਕਰਵਾਉਣੀ ਆ। ਇਹ ਵੀ ਇੱਕ ਤਰਾਸਦੀ ਹੈਗੀ ਹੈ ਨਾ ਸਾਡੇ ਪੰਜਾਬ ਦੀ ਕਿ ਬਹੁਤ ਸਾਰਾ ਪੈਸਾ ਹੋਵੇ ਸਾਡੇ ਕੋਲੇ, ਅਸੀਂ ਪੈਸਾ ਲਾ ਕੇ ਵੱਡੇ ਲੀਡਰ ਦੇ ਕਲੋਜ਼ ਹੋਈਏ, ਫੇਰ ਹੀ ਅਸੀਂ ਕੁਝ ਕਰ ਸਕਦੇ ਹਾਂ। ਰਾਜਨੀਤੀ ਨੂੰ ਮਹਿੰਗਾ ਹੀ ਇੰਨਾ ਕਰ ਦਿੱਤਾ ਜਾਵੇ, ਜਿਵੇਂ ਤੁਸੀਂ ਕਿਹਾ ਵੀ ਜ਼ਮੀਨਾਂ ਵੇਚ ਕੇ ਅਗਲੇ ਨੂੰ ਲੱਗੇ ਵੀ ਮੈਂ ਜ਼ਮੀਨਾਂ ਵੇਚ ਕੇ ਹੀ ਲੀਡਰ ਬਣ ਸਕਦਾ। ਉਹਨੂੰ ਇੰਨਾ ਮਹਿੰਗਾ ਕਰ ਦੋ ਵੀ ਆਮ ਬੰਦਾ ਸੋਚੇ ਹੀ ਨਾ ਵੀ ਇਹਦੇ ਖਿਲਾਫ ਲੜਾਈ ਲੜ ਸਕਦਾ ਮੈਂ। ਵੀ ਯਾਰ ਇਹਦੇ ਨਾਲ ਲੜਾਈ ਲੜਨ ਨੂੰ ਤਾਂ 20 ਕਰੋੜ ਰੁਪਈਆ ਚਾਹੀਦਾ ਜਾਂ 10 ਕਰੋੜ ਚਾਹੀਦਾ। ਪੋਲਿਟਿਕਸ ਇੰਨੀ ਮਹਿੰਗੀ ਹੋ ਚੁੱਕੀ ਹੈ। ਜੇ ਤੁਸੀਂ ਕੋਈ ਨੌਜਵਾਨ ਨਹੀਂ ਸੋਚਦਾ ਵੀ ਯਾਰ ਅੱਜ ਮੇਰਾ ਵੱਡਾ ਨਾਮ ਹੈ, ਮੈਂ ਵੱਡਾ ਨਾਮ ਹੈ ਲੜਾਈ ਝਗੜਿਆ ਕਰਕੇ ਤੇ ਮੈਂ ਲੀਡਰੀ ਕਰ ਲਾਂਗਾ। ਅਸਲ 'ਚ ਸ਼ੌਂਕ ਤਾਂ ਲੀਡਰੀ ਦਾ ਹੁੰਦਾ ਨਾ, ਜਿਹੜੇ ਲੜਾਈ ਝਗੜੇ ਹੁੰਦੇ ਨੇ। ਵੱਡੇ ਲੀਡਰ ਜਿਵੇਂ ਤੁਸੀਂ ਕਿਹਾ ਅਪੋਜ਼ ਕਰਦੇ ਨੇ ਜਾਂ ਕੋਸ਼ਿਸ਼ ਕਰਦੇ ਆ ਕਿ ਇਹਨੂੰ ਦਬਾਇਆ ਕਿਵੇਂ ਜਾਣਾ ਚਾਹੀਦਾ, ਤੇ ਨੌਜਵਾਨ ਇਹ ਸੋਚਦੇ ਕਿਉਂ ਨਾ ਮੈਂ ਇਹਦੇ ਕਰੀਬ ਹੋ ਜਾ, ਮੈਂ ਫੇਰ ਹੀ ਪੋਲਿਟਿਕਸ ਕਰ ਸਕਦਾ। ਨਾ ਤਾਂ ਆਪਾਂ ਪੈਸੇ ਦੇ ਨਾਲ ਕਿਸੇ ਨੌਜਵਾਨ ਪੰਜਾਬ ਦਾ ਕਿਸੇ ਵੱਡੇ ਨਾਲ ਲੜਾਈ ਲੜ ਸਕਦਾ ਜਾਂ ਸਟਾਰਟਅਪ ਦੇ ਨਾਲ। ਵੱਡੇ ਵੱਡੇ ਲੀਡਰਾਂ ਨੇ ਮੈਨੂੰ ਅਪੋਜ਼ ਕਰਨ ਦੀ ਕੋਸ਼ਿਸ਼ ਕੀਤੀ, ਰੋਕਣ ਦੀ ਕੋਸ਼ਿਸ਼ ਕੀਤੀ ਵੀ ਮੈਂ ਇਲੈਕਸ਼ਨ ਨਾ ਲੜਾਂ। ਸਤਿ ਸ਼੍ਰੀ ਅਕਾਲ, ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੂਰ। ਪੰਜਾਬ ਦੀ ਸਿਆਸਤ ਨੂੰ ਸਮਝਣਾ, ਫਿਰ ਸਿਆਸਤ ਕਰਨੀ ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਹੁੰਦਾ ਹੈ ਉਹਨਾਂ ਨੌਜਵਾਨਾਂ ਦੇ ਲਈ ਜੋ ਕਰਨਾ ਚਾਹੁੰਦੇ ਨੇ, ਸਿਆਸਤ ਪੋਲੀਟਿਕਸ ਦੇ ਵਿੱਚ ਆਉਣਾ ਚਾਹੁੰਦੇ ਨੇ, ਜਾਂ ਉਹਨਾਂ ਨੂੰ ਲੱਗਦਾ ਹੈ ਕਿ ਇੱਕ ਪੋਲੀਟਿਕਸ ਐਸਾ ਪਲੇਟਫਾਰਮ ਹੈ ਜਿਸ ਦੇ ਨਾਲ ਸਾਡੇ ਸਮਾਜ ਨੂੰ ਨਵੀਂ ਦਿੱਖ ਦਿੱਤੀ ਜਾ ਸਕਦੀ ਹੈ, ਸਿਸਟਮ ਨੂੰ ਬਦਲਿਆ ਜਾ ਸਕਦਾ। ਬਹੁਤ ਸਾਰੇ ਨੌਜਵਾਨਾਂ ਦੇ ਵਿੱਚ ਇਹ ਕੈਲੀਬਰ ਹੁੰਦਾ। ਜਿਵੇਂ ਜਿਵੇਂ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਤਾਂ ਨੌਜਵਾਨਾਂ ਦੇ ਵਿੱਚ ਉਹਨਾਂ ਦੇ ਸਿਆਸਤ ਦਾ ਅੰਦਰਲਾ ਜੋ ਇਨਸਾਨ ਹੈ, ਜੋ ਕਹਿੰਦਾ ਹੈ ਕਿ ਤੁਸੀਂ ਸਿਆਸਤ ਕਰੋ, ਉਹ ਲਗਾਤਾਰ ਉੱਭਰ ਕੇ ਬਾਹਰ ਆ ਰਿਹਾ। ਪਰ ਸਿਆਸਤ ਨੌਜਵਾਨਾਂ ਦੀ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ, ਕਿਸ ਤਰੀਕੇ ਦੇ ਨਾਲ ਨੌਜਵਾਨ ਸਿਆਸਤ ਦੇ ਵਿੱਚ ਆਉਣ, ਜਾਂ ਫਿਰ ਨੌਜਵਾਨਾਂ ਦਾ ਜੋ ਟੀਚਾ ਮਿਥਿਆ ਹੋਇਆ ਉਹਨੂੰ ਇੰਪਲੀਮੈਂਟ ਕਿਵੇਂ ਕਰਨਾ ਹੈ, ਸਿਸਟਮ ਦੇ ਅਗੇਂਸਟ ਜਾ ਕੇ ਉਹਨੂੰ ਸਿਸਟਮ ਨੂੰ ਸੁਧਾਰਨ ਦੇ ਲਈ ਕਿਵੇਂ ਕੰਮ ਕਰਨਾ ਹੈ, ਇਹ ਇੱਕ ਬਹੁਤ ਵੱਡੀ ਚੁਣੌਤੀ ਨੌਜਵਾਨਾਂ ਦੇ ਸਾਹਮਣੇ ਹੁੰਦੀ ਹੈ। ਮੇਰੇ ਨਾਲ ਇੱਕ ਐਸੀ ਨੌਜਵਾਨ ਪੋਲੀਟੀਸ਼ੀਅਨ ਹੈਗੇ ਨੇ ਜਿਹੜੇ ਪਿਛਲੇ ਲਗਭਗ 15 ਸਾਲ ਤੋਂ ਸਿਆਸਤ ਦੇ ਵਿੱਚ ਨੇ ਔਰ ਛੋਟੇ ਤੋਂ ਲੈ ਕੇ ਵੱਡੇ ਅਹੁਦਿਆਂ ਤੱਕ ਜਾਣਕਾਰੀ ਰੱਖਦੇ ਆ, ਔਰ ਇਸ ਵੇਲੇ ਵੀ ਉਹਨਾਂ ਕੋਲੇ ਯੂਥ ਕਾਂਗਰਸ ਦੇ ਹੈੱਡ ਆਫਿਸ ਦਾ ਚਾਰਜ ਹੈ, ਉਸ ਦੇ ਇੰਚਾਰਜ ਨੇ। ਮੇਰੇ ਨਾਲ ਇਸ ਵੇਲੇ ਹੈਗੇ ਨੇ ਮਨਜੋਤ ਸਿੰਘ ਜੀ, ਜਿਹੜੇ ਯੂਥ ਕਾਂਗਰਸ ਦਾ ਹਿੱਸਾ ਹੈ ਔਰ ਸਟੀਮ ਪੋਲੀਟਿਕਸ ਦੇ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਹੈ। ਉਹਨਾਂ ਨਾਲ ਇਸ ਵਿਸ਼ੇ 'ਤੇ ਗੱਲ ਕਰਾਂਗੇ ਔਰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਨੌਜਵਾਨਾਂ ਨੂੰ ਕਿਸ ਤਰ੍ਹਾਂ ਦਾ ਵਿਜ਼ਨ ਰੱਖਣਾ ਚਾਹੀਦਾ ਹੈ ਔਰ ਇਸ ਵੇਲੇ ਪੋਲੀਟਿਕਸ ਨੂੰ ਬਦਲਿਆ ਕਿਸ ਤਰੀਕੇ ਨਾਲ ਜਾ ਸਕਦਾ ਹੈ। ਤਾਂ ਮਨਜੋਤ ਸਿੰਘ ਹੋਰਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ। ਬਹੁਤ ਬਹੁਤ ਸਵਾਗਤ ਮਨਜੋਤ ਜੀ। ਸਤਿ ਸ਼੍ਰੀ ਅਕਾਲ ਰਵੀ ਜੀ। ਸਭ ਤੋਂ ਪਹਿਲਾਂ ਤੁਹਾਡਾ ਤੇ ਦਾ ਅਨਮਿਊਟ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਅੱਜ ਮੈਨੂੰ ਮੌਕਾ ਦਿੱਤਾ ਤੁਹਾਡੇ ਸਰੋਤਿਆਂ ਨਾਲ ਰੂਬਰੂ ਹੋਣ ਦਾ ਅਤੇ ਆਪਣੀ ਜਿਹੜੀ ਜ਼ਿੰਦਗੀ 'ਚ ਪੋਲੀਟਿਕਸ ਦੇ ਬਾਰੇ ਸਾਂਝੀ ਕਰਨ ਦਾ ਮੌਕਾ ਦਿੱਤਾ, ਤੇ ਮੈਂ ਬਹੁਤ ਤੁਹਾਡਾ ਧੰਨਵਾਦ ਕਰਦਾ। ਮਨਜੋਤ ਜੀ, ਬਹੁਤ ਵੱਡੇ ਸਵਾਲ ਨੇ ਸਾਡੇ ਯੂਥ ਦੇ ਸਾਹਮਣੇ, ਖਾਸ ਕਰਕੇ ਕਿਉਂਕਿ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਇਹ ਚਾਹੁੰਦੇ ਆ ਕਿ ਸਿਆਸਤ ਨੂੰ ਬਦਲਿਆ ਜਾਣਾ ਚਾਹੀਦਾ। ਉਹ ਆਪਾਂ ਨੂੰ ਸੱਥਾਂ 'ਚ ਅੱਜ ਬੋਲਦੇ ਵੀ ਨਜ਼ਰ ਆਉਂਦੇ ਆ। ਦੇਖੋ ਕਿਸਾਨ ਅੰਦੋਲਨ ਦੇ ਵਿੱਚ ਕਿੰਨੇ ਸ਼ਾਨਦਾਰ ਤਰੀਕੇ ਨਾਲ ਨੌਜਵਾਨੀ ਉੱਭਰ ਕੇ ਸਾਹਮਣੇ ਆ ਰਹੀ ਹੈ, ਪਰ ਕੁਝ ਚੁਣੌਤੀਆਂ ਹੁੰਦੀਆਂ ਨੇ ਨੌਜਵਾਨਾਂ ਦੇ ਸਾਹਮਣੇ। ਤੁਹਾਨੂੰ ਮੈਂ ਇਸ ਕਰਕੇ ਅੱਜ ਕੈਮਰੇ 'ਤੇ ਆਪਾਂ ਗੱਲ ਕਰ ਰਹੇ ਹਾਂ ਕਿਉਂਕਿ ਤੁਸੀਂ 15 ਸਾਲ ਤੋਂ ਉਹ ਚੁਣੌਤੀਆਂ ਝੱਲੀਆਂ, ਚੁਣੌਤੀਆਂ ਨੂੰ ਸਵੀਕਾਰਿਆ ਤੇ ਉਹਨਾਂ ਦਾ ਮੁਕਾਬਲਾ ਕੀਤਾ। ਹੁਣ ਇਸ ਵੇਲੇ ਦੀ ਜਿਹੜੀ ਪੋਲੀਟਿਕਸ ਹੈ ਉਹ ਲੋਕਾਂ ਨੂੰ ਸਮਝਣੀ ਬੜੀ ਮੁਸ਼ਕਿਲ ਹੈ। ਆਪਾਂ ਸ਼ੁਰੂਆਤ ਇੱਥੋਂ ਕਰੀਏ ਕਿ ਨੌਜਵਾਨਾਂ ਨੂੰ ਕਿਸ ਤਰੀਕੇ ਨਾਲ ਪੋਲੀਟਿਕਸ ਦੇ ਵਿੱਚ ਆਉਣਾ ਚਾਹੀਦਾ, ਉਹ ਠੀਕ ਤਰੀਕਾ ਕੀ ਹੋਵੇ ਕਿ ਉਹਨਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਵੀ ਨਾ ਆਉਣ ਔਰ ਜੇ ਆਉਣ ਤਾਂ ਉਹਦਾ ਸਾਹਮਣਾ ਕਰ ਸਕਣ।
ਰਵੀ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਪੰਜਾਬ ਦਾ ਨੌਜਵਾਨ ਹੈ ਇਹਦੇ 'ਚ ਬਹੁਤ ਕੈਲੀਬਰ ਹੈਗਾ। ਉਸ ਕੈਲੀਬਰ ਨੂੰ ਸਟ੍ਰੀਮਲਾਈਨ ਕਰਨ ਦੀ ਜ਼ਰੂਰਤ ਹੈ। ਨੌਜਵਾਨਾਂ ਨੂੰ ਪੇਸ਼ੈਂਸ ਰੱਖਣ ਦੀ ਜ਼ਰੂਰਤ ਹੈਗੀ ਹੈ, ਕਿਉਂਕਿ ਇਹ ਪੋਲਿਟਿਕਸ ਇੱਕ ਇਵੇਂ ਦਾ ਪ੍ਰੋਫੈਸ਼ਨ ਹੈਗਾ ਜਿਹਦਾ ਰਿਜ਼ਲਟ ਲੌਂਗ ਟਰਮ ਲਈ ਆਊਗਾ। ਅਕਸਰ ਸਾਰੇ ਨੌਜਵਾਨ ਫੇਸਬੁੱਕਾਂ ਤੇ ਸੋਸ਼ਲ ਮੀਡੀਆ ਤੇ ਗੱਲ ਕਰਦੇ ਨੇ ਅਤੇ ਰਾਜਨੀਤੀ ਨੂੰ ਬਦਲਣ ਦੀ ਗੱਲ ਕਰਦੇ ਨੇ, ਜਾਂ ਫਿਰ ਇਹਨਾਂ ਦੇ ਜਿਹੜੇ ਚੈਲੰਜਸ ਨੇ ਜਾਂ ਉਹਦੀ ਗੱਲ ਕਰਦੇ ਨੇ, ਜਾਂ ਫਿਰ ਪੋਲੀਟੀਸ਼ੀਅਨਾਂ ਨੂੰ ਨਿੰਦਦੇ ਨੇ। ਉਹਦਾ ਰਾਈਟ ਵੇ ਇਹ ਹੈ ਕਿ ਸੋਸ਼ਲ ਮੀਡੀਆ ਤੇ ਗੱਲ ਕਰਨ ਨਾਲ ਕੁਝ ਨਹੀਂ ਹੋਣਾ, ਉਹਨਾਂ ਨੂੰ ਇਸ ਸਿਸਟਮ ਦਾ ਪਾਰਟ ਬਣਨਾ ਪੈਣਾ। ਤੇ ਜਿਵੇਂ ਆਪਾਂ ਗੰਦ ਸਾਫ਼ ਕਰਨਾ ਹੁੰਦਾ ਤਾਂ ਗੰਦ ਦੇ ਵਿੱਚ ਜਾ ਕੇ ਹੀ ਸਾਫ਼ ਹੋ ਸਕਦਾ ਹੈ। ਜੇ ਆਪਾਂ ਸਮਝਦੇ ਹਾਂ ਵੀ ਇਹ ਸਿਸਟਮ ਗੰਦਾ ਹੈ, ਜੇ ਇਹ ਪੋਲੀਟੀਕਲ ਸਿਸਟਮ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਵੀ ਇਸ ਸਿਸਟਮ ਨੂੰ ਲੋਕ ਪੋਲੀਟੀਸ਼ੀਅਨਾਂ ਤੇ ਵਿਸ਼ਵਾਸ ਨਹੀਂ ਕਰਦੇ। ਪੋਲੀਟੀਸ਼ੀਅਨਾਂ ਨੂੰ ਮਾੜਾ ਗਿਣਿਆ ਜਾਂਦਾ, ਪਰ ਉਸ ਚੀਜ਼ ਨੂੰ ਚੇਂਜ ਕਰਨ ਲਈ ਨੌਜਵਾਨਾਂ ਨੂੰ ਇਹਦੇ ਵਿੱਚ ਆਉਣਾ ਪਊਗਾ। ਤੇ ਸਿਆਸਤ ਮਾੜੀ ਨਹੀਂ, ਸਿਆਸਤ ਨੂੰ ਇੰਪਲੀਮੈਂਟ ਕਰਨ ਵਾਲੇ ਲੋਕ ਮਾੜੇ ਹੋ ਸਕਦੇ ਨੇ। ਸਾਰੇ ਵੀ ਮਾੜੇ ਨਹੀਂ ਹੋ ਸਕਦੇ, ਸਾਰੇ ਵੀ ਮਾੜੇ ਨਹੀਂ ਹੈਗੇ। ਬਿਲਕੁਲ, ਕੁਝ ਚੰਦ ਲੋਕ ਨੇ ਜਿਨ੍ਹਾਂ ਦੀ ਪ੍ਰਸਕ੍ਰਿਪਸ਼ਨ ਐਵੇਂ ਦੀ ਬਣ ਗਈ, ਜਿਨ੍ਹਾਂ ਨੇ ਪੋਲਿਟਿਕਸ ਦੀ ਪ੍ਰਸਕ੍ਰਿਪਸ਼ਨ ਐਵੇਂ ਦੀ ਬਣਾਤੀ ਕਿ ਆਮ ਬੰਦਾ ਜਾਂ ਕੋਈ ਨੌਜਵਾਨ ਪੋਲਿਟਿਕਸ 'ਚ ਆਉਣਾ ਨਹੀਂ ਚਾਹੁੰਦਾ। ਉਹਦੇ ਘਰ ਦੇ ਜਾਂ ਪੇਰੈਂਟਸ ਉਹਦੇ ਅਲਾਉ ਨਹੀਂ ਕਰਦੇ, ਐਡਾ ਰਿਸਕ ਨਹੀਂ ਲੈ ਸਕਦੇ ਕਿ ਵੀ ਆਪਣੇ ਬੱਚੇ ਨੂੰ ਉਹ ਪੋਲਿਟਿਕਸ 'ਚ ਲੈ ਕੇ ਆਉਣ। ਤੇ ਆਮ ਦੇ ਜਰੀਏ ਜਿਹੜੇ ਮੈਂ ਸਮਝਦਾ ਸਭ ਤੋਂ ਜ਼ਰੂਰੀ, ਜਿਹੜੀ ਮੈਂ ਤੁਹਾਡੇ ਚੈਨਲ ਦੇ ਰਾਹੀਂ ਮੰਗ ਕਰਦਾ ਕਿ ਵੀ ਕਿੱਥੇ ਬੈਰੀਗੇਡ ਲੱਗਿਆ ਹੋਇਆ ਜਿਹੜੀ ਕਾਲਜ ਯੂਨੀਵਰਸਿਟੀਆਂ ਦੀ ਪੋਲਿਟਿਕਸ ਹੈ ਉਹ ਬਿਲਕੁਲ ਖਤਮ ਹੋ ਚੁੱਕੀ ਹੈ ਪੰਜਾਬ ਵਿੱਚ। ਰਾਜਨੀਤੀ ਦਾ ਕਿਸੇ ਵੀ ਚੀਜ਼ ਦੀ ਨਰਸਰੀ ਯੂਨੀਵਰਸਿਟੀ ਤੇ ਕਾਲਜ ਹੁੰਦੇ ਨੇ। ਜਦੋਂ ਤੱਕ ਕਾਲਜਾਂ ਯੂਨੀਵਰਸਿਟੀਆਂ 'ਚ ਇਲੈਕਸ਼ਨ ਜਾਂ ਪੋਲੀਟੀਕਲ ਸਿਸਟਮ ਨਹੀਂ ਤਿਆਰ ਕੀਤਾ ਜਾਊਗਾ ਤਾਂ ਨਵੇਂ ਮੁੰਡੇ ਜਾਂ ਕੁੜੀਆਂ ਨਹੀਂ ਇਸ ਸਿਸਟਮ 'ਚ ਆ ਸਕਦੇ। ਬਹੁਤ ਜ਼ਰੂਰੀ ਹੈ ਕਿ ਉਸ ਨਰਸਰੀ ਨੂੰ ਉਸੇ ਤਰ੍ਹਾਂ ਚੱਲਦੇ ਰਹਿਣਾ ਚਾਹੀਦਾ। ਹਾਂਜੀ, ਜਦੋਂ ਤੁਸੀਂ ਪ੍ਰੋਬਲਮ ਕਿੱਥੇ ਆਉਂਦੀ ਹੈ, ਜਦੋਂ ਤੁਸੀਂ ਗ੍ਰੈਜੂਏਸ਼ਨ ਕਰ ਜਾਂਦੇ ਹੋ, ਜੇ ਤੁਸੀਂ ਕਿਸੇ ਇੰਸਟੀਚਿਊਟ ਦੇ ਇਲੈਕਟਿਡ ਹੋ, ਤੁਹਾਡੇ ਕੋਲ ਅਥੈਂਟਿਕੇਸ਼ਨ ਹੁੰਦਾ, ਤੁਹਾਡੇ ਪੇਰੈਂਟਸ ਵੀ ਤੁਹਾਨੂੰ ਉਸ ਚੀਜ਼ ਨੂੰ ਸਪੋਰਟ ਕਰਨਗੇ ਵੀ ਹਾਂ ਸਾਡੇ ਬੱਚੇ 'ਚ ਕੈਲੀਬਰ ਹੈਗਾ, ਇਹ ਸ਼ਾਇਦ ਲੀਡਰ ਬਣ ਜਾਵੇ। ਤੁਹਾਨੂੰ ਇੱਕ ਕਿਸੇ ਨੂੰ ਇੰਟਰੋਡਿਊਸ ਕਰਨ ਲਈ ਦੱਸਾਂਗੇ ਮੈਂ ਫਲਾਣੀ ਜਗ੍ਹਾ ਇਹ ਕੀਤਾ। ਜਦੋਂ ਮਿਸ ਹੋ ਜਾਂਦਾ ਗ੍ਰੈਜੂਏਸ਼ਨ ਤੋਂ ਬਾਅਦ, ਪੇਰੈਂਟਸ ਵੀ ਪ੍ਰੈਸ਼ਰ ਪਾਉਂਦੇ ਨੇ ਬੱਚੇ ਤੇ ਵੀ ਤੁਸੀਂ ਵੀ ਪੋਲਿਟਿਕਸ ਕਿਵੇਂ ਕਰੋਗੇ, ਕੀ ਕਰੋਗੇ, ਕੋਈ ਵਿਜ਼ਨ, ਕੋਈ ਰੋਡ ਮੈਪ ਨਹੀਂ ਹੁੰਦਾ। ਤੇ ਉਹ ਫੋਰਸਫੁਲੀ ਬਹੁਤ ਕੈਲੀਬਰ ਬੱਚੇ ਅਸੀਂ ਦੇਖੇ ਨੇ, ਬਹੁਤ ਕੈਲੀਬਰ ਲੀਡਰ ਹੈਗੇ ਨੇ ਜਿਹੜੇ ਸੀਗੇ ਯੂਨੀਵਰਸਿਟੀ ਕਾਲਜਾਂ 'ਚ, ਪਰ ਉਹ ਰਾਈਟ ਟਰੈਕ ਜਾਂ ਪਲੇਟਫਾਰਮ ਨਾ ਮਿਲਣ ਕਰਕੇ ਡਿਵਰਟ ਹੋ ਕੇ ਕਿਸੇ ਹੋਰ ਪ੍ਰੋਫੈਸ਼ਨ 'ਚ ਚਲੇ ਗਏ, ਜਿਹੜਾ ਕਿ ਪੋਲਿਟਿਕਸ ਦਾ ਸਭ ਤੋਂ ਮਤਲਬ ਦੁਖਾਂਤ ਮੰਨ ਸਕਦੇ ਹਾਂ ਵੀ ਜਿਹੜੀ ਉੱਭਰ ਕੇ ਨਹੀਂ ਆ ਰਹੀ, ਕਿਉਂ ਚੇਂਜਸ ਨਹੀਂ ਆ ਰਹੇ ਹੈਗੇ। ਅਸੀਂ ਇਸ ਪੋਲਿਟਿਕਸ 'ਚ ਜਦੋਂ ਆਏ ਤਾਂ ਕਿਉਂ ਅਸੀਂ ਸਰਵਾਈਵ ਕਰ ਸਕੇ, ਕਿਉਂਕਿ ਇਵੇਂ ਦਾ ਇੱਕ ਸਿਸਟਮ ਕਾਂਗਰਸ ਪਾਰਟੀ 'ਚ ਰਾਹੁਲ ਗਾਂਧੀ ਜੀ ਨੇ ਲਿਆਏ 2008 'ਚ, ਜਿਹਨੂੰ ਅਸੀਂ ਅਡੋਪਟ ਕੀਤਾ। ਤੇ ਮੈਂ ਪਹਿਲੀ ਵਾਰੀ 2008 'ਚ ਜਦੋਂ ਪਾਇਲਟ ਪ੍ਰੋਜੈਕਟ ਆਇਆ, ਇਲੈਕਸ਼ਨ ਲੜ ਕੇ ਮੋਹਾਲੀ ਜ਼ਿਲ੍ਹੇ ਦਾ ਜਨਰਲ ਸੈਕਟਰੀ ਬਣਿਆ। ਤੇ ਉਹ ਕਾਰਵਾ ਚੱਲਦਾ ਰਿਹਾ ਤੇ ਮੈਂ ਲਗਾਤਾਰ 4 ਇਲੈਕਸ਼ਨ ਯੂਥ ਕਾਂਗਰਸ ਤੇ ਲੜੇ। ਵੱਡੇ ਵੱਡੇ ਲੀਡਰਾਂ ਨੇ ਮੈਨੂੰ ਅਪੋਜ਼ ਕਰਨ ਦੀ ਕੋਸ਼ਿਸ਼ ਕੀਤੀ, ਰੋਕਣ ਦੀ ਕੋਸ਼ਿਸ਼ ਕੀਤੀ ਵੀ ਮੈਂ ਇਲੈਕਸ਼ਨ ਨਾ ਲੜਾਂ, ਪਰ ਮੈਂ ਕੰਸਿਸਟੈਂਸੀ, ਪੇਸ਼ੈਂਸ ਦੇ ਨਾਲ ਹਰ ਇਲੈਕਸ਼ਨ ਲੜਿਆ ਤੇ ਹਰ ਇਲੈਕਸ਼ਨ 'ਚ ਇੱਕ ਰਣਨੀਤੀ ਦੇ ਨਾਲ, ਆਪਣੇ ਨੌਜਵਾਨ ਭਾਈਆਂ ਦੇ ਸਾਥ ਦੇ ਨਾਲ ਉਹਦੇ 'ਚੋਂ ਜਿੱਤ ਕੇ ਬਾਹਰ ਆਇਆ। ਤੇ ਮੈਂ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਦਾ ਕਿ ਇਸ ਤੋਂ ਵਧੀਆ ਸਿਸਟਮ ਨਹੀਂ ਹੋ ਸਕਦਾ ਕਿ ਜੇ ਆਪਾਂ ਗੱਲ ਕਰੀਏ ਵੀ ਨੌਜਵਾਨਾਂ ਨੂੰ ਆਪਾਂ ਸਿਸਟਮ 'ਚ ਲੈ ਕੇ ਆਉਣਾ, ਪੋਲੀਟੀਕਲ ਸਿਸਟਮ ਨੂੰ ਸਾਫ਼ ਕਰਨਾ, ਕਿਉਂਕਿ ਕ੍ਰਾਈਟੀਰੀਆ ਕੋਈ ਪੈਮਾਨਾ ਹੋਊਗਾ ਹਰ ਇੱਕ ਚੀਜ਼ ਦਾ। ਆਪਾਂ ਇਹ ਨਹੀਂ ਕਹਿ ਸਕਦੇ ਵੀ ਆ ਜਾਓ, ਕੋਈ ਰਿਜ਼ਲਟ ਓਰੀਐਂਟਡ ਚੀਜ਼ ਹੋਊਗੀ। ਤੇ ਉਸ ਚੀਜ਼ ਨੂੰ ਬਹੁਤ ਵਧੀਆ ਸਿਸਟਮ ਲਿਆਇਆ ਤੇ ਸਾਨੂੰ ਸਾਰਿਆਂ ਨੂੰ, ਦੇਖੋ ਰਾਜਾ ਵੜਿੰਗ ਜੀ, ਕੁਲਬੀਰ ਜੀਰਾ, ਬਰਿੰਦਰਮੀਤ ਪਾੜਾ, ਬਰਿੰਦਰ ਢਿੱਲੋਂ ਜੋ ਅੱਜ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ, ਇਹ ਸਾਰੇ ਨਾਮ ਇਸ ਸਿਸਟਮ 'ਚੋਂ ਹੀ ਆਏ ਨੇ। ਹੋਰ ਵੀ ਕਈ ਨਾਮ ਨੇ ਜਿਹੜੇ ਸਿਸਟਮ 'ਚੋਂ ਆਏ ਨੇ। ਤਾਂ ਇਹੀ ਇੱਕ ਤਰੀਕਾ ਸਾਨੂੰ ਲੱਗਿਆ ਕਿ ਵੀ ਇਹ ਠੀਕ ਹੈਗਾ ਜਿਹੜਾ ਹੈਗਾ। ਬਾਕੀ ਕਈ ਪਾਰਟੀਆਂ 'ਚ ਕਿਹਾ ਜਾਂਦਾ ਆਪਾਂ ਜੋ ਆਪਾਂ ਮੋਚੀ ਨੂੰ MLA ਬਣਾ ਦਾਂਗੇ, ਉਹ ਕੋਈ ਸਿਰਫ ਹਵਾ ਹਵਾਈ ਗੱਲਾਂ ਨੇ, ਕੋਈ ਪ੍ਰੈਕਟੀਕਲ ਨਹੀਂ, ਵਾਜਬ ਨਹੀਂ ਹੈ। ਇੱਕ ਪਿਛਲੇ ਦਿਨਾਂ ਦੇ ਵਿੱਚ ਗਾਣਾ ਬੜਾ ਪ੍ਰਚਲਿਤ ਹੋਇਆ ਸੀ ਬੱਬੂ ਮਾਨ ਹੋਰਾਂ ਦਾ ਕਿ ਬਾਪੂ ਕਿੱਲਾ ਗਹਿਣੇ ਕਰਦੇ ਮੈਂ ਰੈਲੀ ਕਰਵਾਉਣੀ ਆ। ਇਹ ਵੀ ਇੱਕ ਤਰਾਸਦੀ ਹੈਗੀ ਹੈ ਨਾ ਸਾਡੇ ਪੰਜਾਬ ਦੀ ਕਿ ਨੌਜਵਾਨ ਠੀਕ ਹੈ ਕਰਨਾ ਚਾਹੁੰਦੇ ਆ, ਪਰ ਸਟ੍ਰੀਮ ਪੋਲਿਟਿਕਸ ਨੂੰ ਦੇਖ ਕੇ ਉਹ ਉਸੇ ਤਰੀਕੇ ਨਾਲ ਹੀ ਢਲਣਾ ਚਾਹੁੰਦੇ ਆ
ਕਿ ਬਹੁਤ ਸਾਰਾ ਪੈਸਾ ਹੋਵੇ ਸਾਡੇ ਕੋਲੇ, ਅਸੀਂ ਪੈਸਾ ਲਾ ਕੇ ਵੱਡੇ ਲੀਡਰ ਦੇ ਕਲੋਜ਼ ਹੋਈਏ, ਫੇਰ ਹੀ ਅਸੀਂ ਕੁਝ ਕਰ ਸਕਦੇ ਆ। ਇਹ ਵੀ ਤਾਂ ਇੱਕ ਤਰਾਸਦੀ ਹੈਗੀ ਹੈ ਨਾ ਸਾਡੀ, ਕਿ ਵੱਡੇ ਲੀਡਰ ਜਿਵੇਂ ਤੁਸੀਂ ਕਿਹਾ ਅਪੋਜ਼ ਕਰਦੇ ਨੇ ਜਾਂ ਕੋਸ਼ਿਸ਼ ਕਰਦੇ ਆ ਕਿ ਇਹਨੂੰ ਦਬਾਇਆ ਕਿਵੇਂ ਜਾਣਾ ਚਾਹੀਦਾ, ਤੇ ਨੌਜਵਾਨ ਇਹ ਸੋਚਦੇ ਕਿਉਂ ਨਾ ਮੈਂ ਇਹਦੇ ਕਰੀਬ ਹੋ ਜਾ, ਮੈਂ ਫੇਰ ਹੀ ਪੋਲਿਟਿਕਸ ਕਰ ਸਕਦਾ। ਮੈਂ ਨੌਜਵਾਨਾਂ ਨੂੰ, ਤੁਹਾਡਾ ਸਵਾਲ ਬਹੁਤ ਵਾਜਿਬ ਹੈ ਤੇ ਬਿਲਕੁਲ ਸਹੀ ਸਵਾਲ ਤੁਸੀਂ ਕੀਤਾ। ਮੈਂ ਨੌਜਵਾਨਾਂ ਨੂੰ ਕਹੂੰਗਾ ਕਿ ਵੀ ਜਿਹੜੀ ਪੈਸੇ ਦੀ ਰਾਜਨੀਤੀ ਹੈ, ਠੀਕ ਹੈ, ਜਾਂ ਸਟਾਰਡਮ ਦੀ ਰਾਜਨੀਤੀ ਹੈ, ਇਹਦੇ 'ਚ ਕੋਈ ਆਮ ਬੰਦਾ ਕਾਮਯਾਬ ਨਹੀਂ ਹੋ ਸਕਦਾ। ਨਾ ਤਾਂ ਆਪਾਂ ਪੈਸੇ ਦੇ ਨਾਲ ਕਿਸੇ ਨੌਜਵਾਨ ਪੰਜਾਬ ਦਾ ਕਿਸੇ ਵੱਡੇ ਨਾਲ ਲੜਾਈ ਲੜ ਸਕਦਾ, ਜਾਂ ਸਟਾਰਡਮ ਦੇ ਨਾਲ। ਉਹ ਜੇ ਲੜਾਈ ਲੜ ਸਕਦਾ ਪੇਸ਼ੈਂਸ ਦੇ ਨਾਲ, ਕੰਸਿਸਟੈਂਸੀ ਦੇ ਨਾਲ, ਜੇ ਕਿਸੇ ਵਿਚਾਰਧਾਰਾ ਜੇ ਮੁੱਦਿਆਂ ਦੀ ਲੜਾਈ ਲੜ ਸਕਦਾ। ਮੁੱਦਿਆਂ ਦੀ ਲੜਾਈ ਲੜਨ ਵਾਸਤੇ ਪੈਸੇ ਦੀ ਜ਼ਰੂਰਤ ਨਹੀਂ ਹੈਗੀ। ਤੁਸੀਂ ਸਹੀ ਮੁੱਦਾ ਸਿਲੈਕਟ ਕਰੋਗੇ ਤਾਂ ਤੁਹਾਨੂੰ ਲੋਕ ਐਪਰੀਸ਼ੀਏਟ ਕਰਨਗੇ। ਜਿਹੜੇ ਵੱਡੇ ਲੀਡਰ ਨੇ ਇਹ ਤੁਹਾਨੂੰ ਵਿਆਹਾਂ ਭੋਗਾਂ ਦੀ ਰਾਜਨੀਤੀ 'ਚ ਉਲਝਾਉਣਾ ਚਾਹੁੰਦੇ ਨੇ ਪੰਜਾਬ ਦੇ ਨੌਜਵਾਨਾਂ ਨੂੰ। ਉਹ ਕਿਉਂਕਿ ਉਹ ਜਿਹੜੀ ਵਿਆਹਾਂ ਭੋਗਾਂ ਦੀ ਰਾਜਨੀਤੀ ਹੈ ਉਹ ਵੱਡੇ ਲੀਡਰਾਂ ਨੂੰ, ਫੁੱਲ ਟਾਈਮ ਲੀਡਰਾਂ ਨੂੰ ਸੂਟ ਕਰਦੀ ਹੈ। ਕਿਉਂਕਿ ਜਿਹੜਾ ਨਵਾਂ ਨੌਜਵਾਨ ਆਉਂਦਾ ਉਹਦੇ ਕੋਲੇ ਇਹ ਆਪਣਾ ਪ੍ਰੋਫੈਸ਼ਨ ਵੀ ਹੁੰਦਾ, ਫੁੱਲ ਟਾਈਮ ਪੋਲਿਟਿਕਸ ਨਹੀਂ ਕਰ ਸਕਦਾ। ਤੇ ਵਿਆਹ ਭੋਗਾਂ ਦੀ ਰਾਜਨੀਤੀ 'ਚ ਮੈਂ ਇਹ ਸਮਝਦਾ ਕਿ ਉਹਦਾ ਕੋਈ ਆਊਟਪੁੱਟ ਨਹੀਂ ਆਉਂਦੀ, ਉਹਦੇ 'ਚ ਤੁਹਾਡਾ ਕੋਈ ਕੈਲੀਬਰ ਨਹੀਂ ਦਿਖਦਾ, ਤੇ ਤੁਸੀਂ ਫ੍ਰੀ ਹੋਣੇ ਚਾਹੀਦੇ ਹੋ 24 ਘੰਟੇ। ਤੇ ਜਿਹੜੀ ਵਿਆਹ ਭੋਗਾਂ ਦੀ ਪੋਲਿਟਿਕਸ ਹੈ ਇਹਦੇ 'ਚ ਜਿਹੜੇ ਲੀਡਰ ਨੇ ਜ਼ਿਆਦਾਤਰ, ਮਾਫ ਕਰਨਾ, ਕਿ ਉਹ ਸਿਰਫ ਵੱਡੇ ਇਕੱਠਾਂ 'ਚ ਹੀ ਜਾਂਦੇ ਨੇ ਆਪਣੇ ਆਪ ਨੂੰ ਦਿਖਾਉਣ ਵਾਸਤੇ ਵੀ ਅਸੀਂ ਲੋਕਾਂ 'ਚ ਜਾ ਰਹੇ ਹਾਂ। ਬਾਕੀ ਮੁੱਦੇ ਜਿੱਥੇ ਬੋਲਣ ਦਾ ਮੌਕਾ ਮਿਲਦਾ ਹੋਵੇ, ਹਾਂ, ਜਿੱਥੇ ਬੋਲਣ ਦਾ ਮੌਕਾ ਮਿਲਦਾ, ਜਿੱਥੇ ਬੋਲਣ ਦਾ ਮੌਕਾ ਹੈ ਉੱਥੇ ਵੀ ਨਹੀਂ ਜਾਣਗੇ। ਜੇ ਕਿਸੇ ਦੇ ਜਿੱਥੇ ਕੋਈ ਇਹ ਕਹੂਗਾ ਕਿ ਤੁਹਾਨੂੰ ਟਾਈਮ ਨਹੀਂ ਮਿਲ ਸਕਦਾ ਜੀ, ਮਾਫ ਕਰਨਾ, ਉੱਥੇ ਨਹੀਂ ਜਾਊਗਾ, ਨਹੀਂ ਜਾਣਗੇ। ਦੇਖੋ, ਜੇ ਆਪਾਂ ਕਿਸੇ ਨੂੰ ਅਫਸੋਸ ਕਰਨਾ ਉਹਦੇ ਘਰੇ ਜਾ ਕੇ ਵੀ ਕਰ ਸਕਦੇ ਹਾਂ ਆਪਾਂ, ਜ਼ਰੂਰੀ ਨਹੀਂ ਕਿ ਭੋਗ ਤੇ ਵਾਲੇ ਦਿਨ ਹੀ ਜਾਣਾ ਆਪਾਂ ਨੇ। ਬਿਲਕੁਲ। ਤੇ ਜਦੋਂ ਤੱਕ ਪੰਜਾਬ 'ਚ ਲੀਡਰ ਉਹੀ ਦਿਨ ਚੁਣਦੇ ਆ। ਹਾਂਜੀ, ਤੇ ਲੋਕ ਕਹਿੰਦੇ ਨੇ ਪੰਜਾਬ 'ਚ ਰਾਜਨੀਤੀ ਵਿਆਹਾਂ ਭੋਗਾਂ ਜਾਂ ਪਰਚੀਆਂ ਦੀ ਹੁੰਦੀ ਹੈ, ਤਰੀਕਾਂ ਦੀ ਹੁੰਦੀ ਹੈ। ਨੌਜਵਾਨਾਂ ਨਾਲ ਗੱਲ ਕਰੋ, ਮੈਂ ਤਰੀਕ ਤੇ ਚੱਲਿਆ। ਦੂਜਾ ਦਿਖਾਂਤ ਇਹ ਹੈ ਕਿ ਵੀ ਜਿਹੜੇ ਲੀਡਰ ਨੇ ਨੌਜਵਾਨਾਂ ਨੂੰ ਲੜਾਈਆਂ ਝਗੜਿਆਂ 'ਚ ਪਾ ਕੇ ਉੱਥੇ ਸੀਮਤ ਰੱਖਣਾ ਚਾਹੁੰਦੇ ਨੇ। ਜੇ ਰਾਜਨੀਤੀ 'ਚ ਲੜਾਈ ਝਗੜੇ ਦਾ ਕੋਈ ਮੇਲ ਨਹੀਂ। ਜੇ ਤੁਸੀਂ ਕੋਈ ਨੌਜਵਾਨ ਨਹੀਂ ਸੋਚਦਾ ਵੀ ਯਾਰ ਅੱਜ ਮੇਰਾ ਵੱਡਾ ਨਾਮ ਹੈ, ਮੈਂ ਵੱਡਾ ਨਾਮ ਹੈ ਲੜਾਈ ਝਗੜਿਆਂ ਕਰਕੇ ਤੇ ਮੈਂ ਲੀਡਰੀ ਕਰ ਲਾਂਗਾ। ਅਸਲ 'ਚ ਸ਼ੌਂਕ ਤਾਂ ਲੀਡਰੀ ਦਾ ਹੁੰਦਾ ਨਾ। ਜਿਹੜੇ ਲੜਾਈ ਝਗੜੇ ਹੁੰਦੇ ਨੇ, ਲੜਾਈ ਝਗੜੇ ਨਾਲ ਤੁਸੀਂ ਖਤਮ ਹੋ ਜਾਂਦਾ ਨੌਜਵਾਨ, ਉਸ ਦਾਇਰੇ 'ਚ ਰਹਿ ਜਾਂਦਾ। ਤੇ ਮੈਂ ਨੌਜਵਾਨਾਂ ਨੂੰ ਇਹ ਕਹੂੰਗਾ ਕਿ ਵਿਜ਼ਨ ਵੱਡਾ ਕਰੋ, ਵਿਜ਼ਨ ਦੀ ਪੋਲਿਟਿਕਸ ਕਰੋ, ਮੁੱਦਿਆਂ ਦੀ ਪੋਲਿਟਿਕਸ ਕਰੋ, ਕੰਪਰੋਮਾਈਜ਼ ਦੀ ਪੋਲਿਟਿਕਸ ਨਾ। ਪੰਜਾਬ ਦੇ ਵਿੱਚ ਜਿਹੜੀ ਹੁਣ ਦੀ ਸਿਆਸਤ ਹੈ, ਇਹ ਮੈਂ ਸ਼ੁਰੂ ਦੇ ਵਿੱਚ ਵੀ ਕਿਹਾ ਸੀ ਕਿ ਸਮਝਣੀ ਬੜੀ ਮੁਸ਼ਕਲ ਹੈ। ਲੋਕਾਂ ਨੂੰ ਡਿਸੀਜਨ ਲੈਣਾ ਔਖਾ ਹੋਇਆ ਪਿਆ, ਕੌਣ ਸੱਚਾ ਹੈ, ਕੌਣ ਝੂਠਾ ਹੈ, ਕਿਹੜੇ ਬੰਦੇ ਨੇ ਪੰਜਾਬ ਸਵਾਰਨਾ, ਕਿਹੜਾ ਬੰਦਾ ਪੰਜਾਬ ਦੇ ਨਾਲ ਖੜਾ ਹੈ। ਦੇਖੋ, ਕੱਲਾ ਲੀਡਰ ਸਾਡੇ ਪੰਜਾਬ ਦੇ ਵਿੱਚ ਹਰ ਰੋਜ਼ ਨਵੀਂ ਪਾਰਟੀ ਜਨਮ ਲੈ ਰਹੀ ਹੈ। ਜਦੋਂ ਵੀ ਗੱਲ ਕੀਤੀ ਜਾਂਦੀ ਹੈ ਤਾਂ ਦੇਖੋ ਜੀ, ਅਸੀਂ ਪੰਜਾਬ ਦੇ ਮੁੱਦਿਆਂ ਦੇ ਨਾਲ ਖੜੇ ਹਾਂ, ਪੰਜਾਬ ਦੇ ਮੁੱਦੇ ਹੱਲ ਕਰਾਂਗੇ। ਕਿਸੇ ਵੀ ਲੀਡਰ ਦੇ ਮੂੰਹੋਂ ਸੁਣ ਲਓ ਆਹੀ ਆ। ਲੋਕ ਕਨਫਿਊਜ਼ ਹੋਏ ਪਏ ਆ ਕਿ ਅਸਲ ਦੇ ਵਿੱਚ ਫਿਰ ਲੀਡਰ ਕੌਣ ਆ ਯਾਰ, ਕੌਣ ਆ ਪੰਜਾਬ ਨੂੰ ਸਵਾਰਨ ਵਾਲਾ। ਫਿਰ ਇਹ ਵੀ ਤਾਂ ਇੱਕ ਡਿਸੀਜਨ ਲੈਣਾ ਔਖਾ ਨਾ ਲੋਕਾਂ ਨੂੰ ਕਿ ਯਾਰ ਪੋਲਿਟਿਕਸ ਕਰੋ, ਠੀਕ ਹੈ, ਪਰ ਲੋਕ ਬੜੀ ਉਲਝਣ ਦੇ ਵਿੱਚ ਐ ਇਸ ਵੇਲੇ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਲੋਕਾਂ ਨੂੰ ਸੋਸ਼ਲ ਮੀਡੀਆ ਤੇ ਦੇਖ ਕੇ ਡਿਵਰਟ ਹੋ ਜਾਂਦੇ ਨੇ, ਡਿਸਟਰੈਕਟ ਹੋ ਜਾਂਦੇ ਨੇ। ਐਕਚੁਅਲ 'ਚ ਲੋਕਾਂ ਨੂੰ ਇਹ ਦੇਖਣਾ ਚਾਹੀਦਾ ਵੀ ਕਿਹੜੇ ਪੈਮਾਨੇ ਸੈੱਟ ਕਰਨੇ ਚਾਹੀਦੇ ਨੇ ਜਦੋਂ ਕਿਸੇ ਨੂੰ ਵੋਟ ਪਾਣੀ ਹੈ। ਕਿਸੇ ਪਾਰਟੀ ਨੂੰ ਨਹੀਂ, ਮਤਲਬ ਇੱਕ ਵਿਅਕਤੀ ਵਿਸ਼ੇਸ਼ ਨੂੰ ਵੋਟ ਪਾਉਣ ਲੱਗੇ ਲੋਕਾਂ ਨੂੰ ਇਹ ਦੇਖਣਾ ਚਾਹੀਦਾ ਵੀ ਉਹਦੇ 'ਚ ਕੀ ਕੈਪੇਬਿਲਿਟੀਜ਼ ਨੇ, ਉਹਨਾਂ ਨੇ ਅੱਜ ਤੋਂ ਪਹਿਲਾਂ ਕੀ ਕੀਤਾ। ਹੋ ਸਕਦਾ ਕੋਈ ਬੰਦਾ ਚੰਗਾ ਸਿੰਗਰ ਹੋਵੇ, ਚੰਗਾ ਸਟਾਰਡਮ ਹੋਵੇ, ਪਰ ਉਹ ਇਹ ਜ਼ਰੂਰੀ ਨਹੀਂ ਵੀ ਉਹ ਚੰਗਾ ਪੋਲੀਟੀਸ਼ੀਅਨ ਹੋਊਗਾ। ਸਿੰਗਰ ਜਾਂ ਕੋਈ ਬਿਜ਼ਨਸਮੈਨ ਨੂੰ ਦੇਖ ਕੇ ਲੋਕ ਅਟਰੈਕਟ ਹੋ ਕੇ ਉਹਨੂੰ ਵੋਟਾਂ ਪਾ ਦਿੰਦੇ ਨੇ, ਪਰ ਇਹ ਨਹੀਂ ਦੇਖਦੇ ਕਿ ਇੱਕ ਬਿਜ਼ਨਸ, ਪੋਲਿਟਿਕਸ ਤੇ ਜਿਹੜਾ ਸਿੰਗਰ ਦਾ ਕੰਮ ਹੈ, ਇਹ ਸਾਰੇ ਅਲੱਗ-ਅਲੱਗ ਨੇ। ਉਹ ਸਿੰਗਰ ਨੇ ਐਜ਼ ਏ ਪੋਲੀਟੀਸ਼ੀਅਨ ਕੀ ਕੀਤਾ, ਜਿਹਦੀ ਐਗਜ਼ਾਮਪਲ ਇੱਕ ਆਪਾਂ ਸਨੀ ਦਿਓਲ ਦੀ ਗੱਲ ਕਰਦੇ ਹਾਂ। ਲੋਕਾਂ ਨੇ ਸਨੀ ਦਿਓਲ ਨੂੰ ਬਹੁਤ ਵੋਟਾਂ ਪਾਈਆਂ, ਠੀਕ ਹੈ, ਪਰ ਇਹ ਕਿਸੇ ਨੇ ਨਹੀਂ ਦੇਖਿਆ ਸੀ ਕਿ ਸਨੀ ਦਿਓਲ ਲੋਕਾਂ ਵਾਸਤੇ ਕਦੋਂ ਖੜਿਆ, ਕਿਹੜੇ ਮੁੱਦਿਆਂ ਤੇ ਖੜਿਆ। ਇਸ ਚੀਜ਼ ਨੂੰ ਕਿਸੇ ਨੇ ਨਹੀਂ ਉਸ ਟਾਈਮ ਵੋਟ ਪਾਉਣ ਲੱਗੇ ਦੇਖਿਆ, ਤੇ ਉਹਦਾ ਖਾਮਿਆਜਾ ਅੱਜ ਗੁਰਦਾਸਪੁਰ ਦੇ ਲੋਕ ਭੁਗਤ ਰਹੇ ਨੇ। ਉਹਨਾਂ ਦਾ MP ਪਿਛਲੇ 2-2.5 ਸਾਲ ਤੋਂ ਗਾਇਬ ਹੈ, ਇੱਕ ਨੁਮਾਇੰਦਾ ਗਾਇਬ ਹੈ। ਤੇ ਦੂਜੀ ਗੱਲ, ਲੋਕਾਂ ਨੂੰ ਇਹ ਸਮਝਣਾ ਪਊਗਾ ਕਿ ਵੀ MP ਦਾ ਕੰਮ ਕੀ ਹੈ।
ਐਮਐਲਏ ਦਾ ਕੰਮ ਕੀ ਹੈ, ਚੀਫ ਮਿਨਿਸਟਰ ਦਾ ਕੰਮ ਕੀ ਆ? ਹੂੰ ਉਹਨਾਂ ਦਾ ਕੰਮ ਪਾਲਿਸੀਜ਼ ਬਣਾਉਣਾ, ਠੀਕ ਆ। ਉਹਨਾਂ ਦਾ ਕੰਮ ਤੁਹਾਡੇ ਮੁੱਦਿਆਂ ਨੂੰ ਚੱਕਣਾ ਹੈਗਾ। ਮਤਲਬ ਉਹਨਾਂ ਦਾ ਕੰਮ ਇਹ ਨਹੀਂ ਹੈਗਾ ਵੀ ਯਾਰ ਉਹ ਵਧੀਆ ਸਟਾਰ ਸੀਗਾ ਜਾਂ ਫਿਰ ਉਹ ਇਹ ਚੀਜ਼ ਆ, ਉਹ ਵੱਡਾ ਬਿਜ਼ਨਸਮੈਨ ਹੈ। ਜਦੋਂ ਆਪਾਂ ਕਿਸੇ ਬਿਜ਼ਨਸਮੈਨ ਨੂੰ, ਮੇਰੀ ਆਪਣੀ ਸੋਚ ਹੈ, ਜਾਂ ਸਟਾਰ ਨੂੰ ਕਿਸੇ ਨੂੰ ਵੋਟ ਪਾਉਂਦੇ ਆ ਤਾਂ ਆਪਣੇ ਆਪ ਨੂੰ ਹੀ ਆਪਾਂ ਇੱਕ ਦਲਦਲ ਵੱਲ ਖਿੱਚ ਕੇ ਲੈ ਕੇ ਜਾਂਦੇ ਹਾਂ, ਕਿਉਂਕਿ ਉਹਨੇ ਆਪਣਾ ਬਿਜ਼ਨਸ ਹੀ ਕਰਨਾ ਹੈ। ਉਹਨੇ ਲੋਕਾਂ ਦੀ ਸੇਵਾ ਨਹੀਂ ਕਰਨੀ ਜਿੱਥੋਂ ਉਹ ਆਇਆ ਹੁੰਦਾ। ਉਹ ਪੋਲਿਟਿਕਸ, ਪਹਿਲਾਂ ਕੀ ਹੁੰਦਾ ਸੀ, ਬਿਜ਼ਨਸਮੈਨ ਪੋਲੀਟੀਸ਼ੀਅਨਾਂ ਨੂੰ ਸਪੋਰਟ ਕਰਦੇ ਸੀ। ਹੁਣ ਬਿਜ਼ਨਸਮੈਨਾਂ ਨੇ ਦੇਖਿਆ ਵੀ ਪੋਲੀਟੀਸ਼ੀਅਨ ਨੂੰ ਸਪੋਰਟ ਕਰਨ ਦੀ ਜ਼ਰੂਰਤ ਨਹੀਂ, ਆਪ ਹੀ ਪੋਲੀਟੀਸ਼ੀਅਨ ਬਣ ਜਾਓ, ਕਿਉਂ ਕਿਸੇ ਨੂੰ ਸਪੋਰਟ ਕਰਨਾ, ਜਦ ਕਲਮ ਵੀ ਕਿਸੇ ਦੇ ਹੱਥ 'ਚ ਦੇਣ ਦੀ ਬਜਾਏ। ਤਾਂ ਇਹ ਇੱਕ ਰੀਜ਼ਨ ਰਿਹਾ ਵੀ ਪਿਛਲੀ ਜਿਹੜੀ ਪੋਲਿਟਿਕਸ ਹੈ ਉਹਦੇ 'ਚ ਮਤਲਬ ਪਿੱਛੇ ਹੀ ਗਿਆ ਪੰਜਾਬ। ਤੇ ਜਦੋਂ ਵੀ ਆਪਾਂ ਵੋਟ ਪਾਣੀ ਹੈ ਤੇ ਦੇਖਣਾ ਜ਼ਰੂਰੀ ਹੈ ਵੀ ਉਹਦਾ ਬੈਕਗਰਾਉਂਡ ਕੀ ਹੈ ਬੰਦੇ ਦਾ, ਉਹਨੇ ਕੁਝ ਕੀਤਾ ਵੀ ਹੈਗਾ ਪੋਲਿਟਿਕਸ 'ਚ, ਜਾਂ ਉਹਦੀ ਪ੍ਰਾਪਤੀਆਂ ਕੀ ਨੇ। ਦੇਖੋ ਆਪਾਂ ਇਹ ਗੱਲਾਂ ਕਰਦੇ ਹਾਂ ਔਰ ਬੜੀਆਂ ਜ਼ਰੂਰੀ ਨੇ, ਲੋਕਾਂ ਨੂੰ ਇਸ ਵਿਸ਼ੇ ਤੇ ਆਉਣਾ ਚਾਹੀਦਾ, ਲੋਕਾਂ ਨੂੰ ਇਸ ਤਰ੍ਹਾਂ ਦੀ ਸਮਝ ਰੱਖਣੀ ਲਾਜ਼ਮੀ ਹੈ। ਪਰ ਇੱਕ ਬਹੁਤ ਵੱਡੀ ਤਰਾਸਦੀ ਸਾਡੇ ਪੰਜਾਬ ਦੀ ਇਹ ਵੀ ਹੈ, ਤੁਸੀਂ 15 ਸਾਲ ਦੀ ਸਿਆਸਤ ਕੀਤੀ ਹੈ, ਤੁਸੀਂ ਜਿਹੜੇ ਹੁਣ ਦੇ ਬੜੇ ਲੀਡਰ ਹੈ ਉਹਨਾਂ ਨਾਲ ਵੀ ਕੰਮ ਕੀਤਾ ਹੈ, ਤੁਸੀਂ ਕਰ ਵੀ ਰਹੇ ਹੋ, ਖੁਦ ਵੀ ਸਟ੍ਰੀਮ ਪੋਲਿਟਿਕਸ ਦੇ ਵਿੱਚੋਂ। ਇੱਕ ਬੜਾ ਹੁੰਦਾ ਹੈ ਕਿ ਦੇਖੋ ਕਿੱਥੇ ਕਿਹੜਾ ਸਲਮ ਏਰੀਆ, ਕਿਹੜਾ ਗਰੀਬ ਵਰਗ ਹੈ, ਅਸੀਂ ਉਹਨਾਂ ਦੀ ਵੋਟ ਹੈ ਜਿਹੜੀ ਉਹ ਜਾਂ ਤਾਂ ਪੈਸੇ ਨਾਲ ਖਰੀਦਣੀ ਹੈ ਤੇ ਜਾਂ ਫਿਰ ਉੱਥੇ ਜਾ ਕੇ ਅਸੀਂ ਕੋਈ ਥੋੜੇ ਬਹੁਤੇ ਨਸ਼ੇ ਦੀ ਉਹਨਾਂ ਨੂੰ ਲਾਲਚ ਦੇਣਾ ਹੈ, ਕਿਉਂਕਿ ਬੜਾ ਮਸ਼ਹੂਰ ਹੈ ਕਿ ਇੱਕ ਬੋਤਲ ਪਿੱਛੇ ਵੋਟਾਂ ਪੈ ਜਾਂਦੀਆਂ ਹੁੰਦੀਆਂ। ਜਾਣੀ ਇਹ ਵੀ ਤਾਂ ਫਿਰ ਪੋਲੀਟੀਸ਼ੀਅਨਾਂ ਨੇ ਪੈਦਾ ਕੀਤੀ ਹੋਈ ਚੀਜ਼ ਹੈ ਨਾ। ਲੋਕਾਂ ਨੂੰ ਜਦੋਂ ਆਪਸ਼ਨ ਦੇਤੀ ਕਿ ਅਸੀਂ ਤੁਹਾਨੂੰ ਪੈਸੇ ਦਿੰਨੇ ਹੁੰਦੇ ਆ, ਤੁਸੀਂ ਵੋਟ ਤਾਂ ਪਾਉਣੀ ਹੁੰਦੀ ਹੈ, ਫਿਰ ਲੋਕਾਂ ਦੀ ਸਮਝ ਉੱਥੇ ਕੀ ਕਰੂਗੀ? ਇਹ ਵੀ ਤਾਂ ਪੋਲੀਟੀਸ਼ੀਅਨਾਂ ਨੇ ਸ਼ੁਰੂ ਕੀਤਾ ਤੇ ਪੋਲੀਟੀਸ਼ੀਅਨ ਹੀ ਇਹਦੇ ਜ਼ਿੰਮੇਵਾਰ ਨੇ, ਜਾਂ ਫਿਰ ਉਹਨਾਂ ਨੂੰ ਵਰ ਦਿੰਦੀਆਂ ਨੇ ਇਹ ਚੀਜ਼ਾਂ। ਦੇਖੋ ਜਿਹੜੀ ਇਹ ਬਿਲਕੁਲ ਤੁਹਾਡੇ ਸਹੀ ਗੱਲ ਹੈ, ਜਿਹੜੀ ਇਹ ਚੀਜ਼ਾਂ ਨੇ ਪੋਲੀਟੀਸ਼ੀਅਨਾਂ ਨੇ ਹੀ ਸ਼ੁਰੂ ਕੀਤੀਆਂ, ਤਾਂ ਹੀ ਪੋਲਿਟਿਕਸ ਬਦਨਾਮ ਹੋਈ ਹੈ। ਪੋਲੀਟੀਸ਼ੀਅਨਾਂ ਤੇ ਲੋਕ ਵਿਸ਼ਵਾਸ ਕਰਨ ਤੋਂ ਹਟ ਗਏ, ਕਿਉਂਕਿ ਇਹ ਖਰੀਦੋ ਖਰੋਫਤ ਦੀ ਰਾਜਨੀਤੀ ਨੂੰ ਬੜਾਵਾ ਦਿੱਤਾ। ਫਿਰ ਉਹੀ ਗੱਲ ਆ ਜਾਂਦੀ ਹੈ, ਕੌਣ ਲੋਕ ਕਰਦੇ ਨੇ? ਜਿਹੜੇ ਵੱਡੇ ਪੈਸੇ ਵਾਲੇ ਲੋਕ ਨੇ, ਜਿਹੜੇ ਵੱਡੇ ਐਸਟੈਬਲਿਸ਼ਡ ਲੀਡਰ ਨੇ, ਵੀ ਕੋਈ ਨਵਾਂ ਬੰਦਾ ਨਾ ਆਵੇ। ਰਾਜਨੀਤੀ ਨੂੰ ਮਹਿੰਗਾ ਹੀ ਇੰਨਾ ਕਰ ਦਿੱਤਾ ਜਾਵੇ, ਜਿਵੇਂ ਤੁਸੀਂ ਕਿਹਾ ਵੀ ਜ਼ਮੀਨਾਂ ਵੇਚ ਕੇ ਅਗਲੇ ਨੂੰ ਲੱਗੇ ਵੀ ਮੈਂ ਜ਼ਮੀਨਾਂ ਵੇਚ ਕੇ ਹੀ ਲੀਡਰ ਬਣ ਸਕਦਾ। ਉਹਨੂੰ ਇੰਨਾ ਮਹਿੰਗਾ ਕਰ ਦੋ ਵੀ ਆਮ ਬੰਦਾ ਸੋਚੇ ਹੀ ਨਾ ਵੀ ਇਹਦੇ ਖਿਲਾਫ ਲੜਾਈ ਲੜ ਸਕਦਾ ਮੈਂ, ਕਿਉਂਕਿ ਯਾਰ ਇਹਦੇ ਨਾਲ ਲੜਾਈ ਲੜਨ ਨੂੰ ਤਾਂ 20 ਕਰੋੜ ਰੁਪਈਆ ਚਾਹੀਦਾ ਜਾਂ 10 ਕਰੋੜ ਚਾਹੀਦਾ। ਪੋਲਿਟਿਕਸ ਇੰਨੀ ਮਹਿੰਗੀ ਹੋ ਚੁੱਕੀ ਹੈ ਤੇ ਇਹ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਨਾ। ਜੇ ਕੋਈ ਸੱਚਾ ਬੰਦਾ ਬੋਲਦਾ ਵੀ ਆ, ਕੋਈ ਕੋਸ਼ਿਸ਼ ਕਰਦਾ ਕਿ ਮੈਂ ਫਲਾਣੇ ਲੀਡਰ ਦੇ ਖਿਲਾਫ ਅੱਜ ਬੋਲਣਾ, ਉਹਦੇ ਤੇ ਚੱਕ ਕੇ ਪਰਚਾ ਪਾ ਦਿੱਤਾ ਜਾਂਦਾ, ਉਹਨੂੰ ਫਸਾ ਦਿੱਤਾ ਜਾਂਦਾ। ਤੇ ਇਹ ਵੀ ਤਾਂ ਬਹੁਤ ਵੱਡੀ ਤਰਾਸਦੀ ਹੈ। ਉੱਥੇ ਨੌਜਵਾਨ ਕੀ ਕਰੂਗਾ? ਸੱਚਾ ਨੌਜਵਾਨ ਕੀ ਕਰੂਗਾ? ਦੇਖੋ ਇੱਥੇ ਇੱਕ ਸਾਰੇ ਵਰਗ ਨੂੰ ਸੋਚਣ ਵਾਲੀ ਗੱਲ ਹੈ, ਇਕੱਲੇ ਨੌਜਵਾਨ ਦੀ ਤਰਾਸਦੀ ਨਹੀਂ। ਜੇ ਕਿਸੇ ਤੇ ਕੋਈ ਪਰਚਾ ਹੋ ਜਾਂਦਾ, ਸਭ ਨੂੰ ਪਤਾ ਹੁੰਦਾ ਵੀ ਜਾਇਜ਼ ਹੋਇਆ ਕਿ ਨਾਜਾਇਜ਼ ਹੋਇਆ, ਪਰ ਉਹਦਾ ਕੋਈ ਵਾਲੀ ਵਾਰਸ ਨਹੀਂ, ਉਹਦਾ ਵਾਲੀ ਵਾਰਸ ਕੋਈ ਨਹੀਂ, ਕੋਈ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦਾ ਉਹ। ਉੱਥੇ ਇੱਕ ਮਤਲਬ ਜੇ ਕਿਤੇ ਇੱਕ ਕਨਸਟੀਚੁਐਂਸੀ ਦੇ ਵੀ ਲੋਕ ਕਿਤੇ ਇਕੱਠੇ ਹੋ ਜਾਣ, 50-60 ਬੰਦੇ ਇੱਕ ਹੋ ਜਾਂਦੇ ਨੇ, ਜੇ ਉਸ ਲੀਡਰ ਨੂੰ ਹਰਾ ਦੇਣ ਵੀ ਤੂੰ ਉਸ ਪਰਚੇ ਕਰਕੇ, ਹੁੰਦਾ ਵੀ ਹੈ ਕਈ ਵਾਰੀ ਆਪਾਂ ਦੇਖਿਆ ਕਿਤੇ ਰਿਜ਼ਲਟ ਆ ਜਾਂਦਾ, ਕਿਸੇ ਇੱਕ ਪਰਚੇ ਦਾ ਹੀ ਰਿਜ਼ਲਟ ਹੋ ਜਾਂਦਾ ਕਿ ਉਹ ਬੰਦਾ ਇਲੈਕਸ਼ਨ ਹਾਰ ਜਾਂਦਾ। ਐਵੇਂ ਦੇ ਮੈਸੇਜ ਕਨਸਟੈਂਟਲੀ ਇਹਨਾਂ ਲੀਡਰਾਂ ਨੂੰ ਮਿਲਦੇ ਰਹਿਣਗੇ, ਜਿਹੜੇ ਪਰਚਿਆਂ ਦੀ ਰਾਜਨੀਤੀ ਜਾਂ ਦਬਾਉਣ ਦੀ ਕੋਸ਼ਿਸ਼ ਕਰਦੇ ਨੇ, ਤਾਂ ਹਟ ਜਾਣਗੇ। ਪਰ ਇਹ ਘੱਟ ਹੁੰਦਾ। ਮਤਲਬ ਇੱਥੇ ਲੋਕ ਨਿੱਜ ਬਾਰੇ ਬੜਾ ਸੋਚਦੇ ਨੇ। ਲੋਕਾਂ ਨੂੰ ਇਹ ਸੋਚਣਾ ਪਊਗਾ ਯਾਰ ਇਹਨੇ ਕੀ ਕੀਤਾ। ਜਦੋਂ ਵੋਟ ਪਾਉਣ ਤੋਂ ਪਹਿਲਾਂ 15 ਮਿੰਟ ਸੋਚਣਾ ਚਾਹੀਦਾ ਵੀ ਯਾਰ ਇਹਦਾ ਕੀ ਫਾਇਦਾ ਹੋਇਆ। ਇਹ ਨਾ ਸੋਚਣ ਯਾਰ ਮੇਰੇ ਵਿਆਹ ਤੇ ਆਇਆ ਸੀ, ਮੇਰੇ ਭੋਗ ਤੇ ਆਇਆ ਸੀ, ਮੈਨੂੰ ਜਾਣਦਾ, ਜਿੱਦਣ ਮੈਂ ਜਾਊਂਗਾ ਤਾਂ ਮੈਂ ਇਹ ਤੋਂ ਕੰਮ ਕਰਾ ਲੂੰਗਾ, ਜਾਂ ਮੈਨੂੰ ਇਹ ਸਤਿ ਸ੍ਰੀ ਅਕਾਲ ਕਰ ਦੂੰਗਾ 4 ਬੰਦਿਆਂ 'ਚ ਬੈਠ ਕੇ। ਨਹੀਂ, ਮੋਸਟਲੀ ਜਿਹੜੀ ਪੋਲਿਟਿਕਸ ਹੈ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਹੈ ਹੀ ਚਾਚੇ ਤਾਇਆਂ ਦੀ ਪੋਲਿਟਿਕਸ ਹੈ ਨਾ। ਤਾਂ ਮੇਰੇ ਚਾਚਾ ਜੀ ਨੇ ਕਿਹਾ ਫਲਾਣੇ ਪਾਸੇ ਵੋਟ ਪਾਉਣੀ ਆ ਤੇ ਮੈਂ ਤਾਂ ਉੱਥੇ ਹੀ ਪਾਉਣੀ, ਨਹੀਂ ਚਾਚਾ ਗੁੱਸੇ ਹੋ ਜੂ। ਉਹ ਗਾਂ ਕੈਂਡੀਡੇਟ ਚੰਗਾ ਹੈ ਜਾਂ ਮਾੜਾ, ਉਹ ਤਾਂ ਸੋਚਣ ਦਾ ਮੌਕਾ ਹੀ ਨਹੀਂ ਮਿਲਦਾ, ਕਿਉਂਕਿ ਚਾਚਾ ਜੀ ਕੰਮ ਲੈ ਰਹੇ ਨੇ ਉਹ ਤੋਂ, ਲੀਡਰ ਤੋਂ। ਤਾਂ ਫਿਰ ਭਤੀਜਾ ਤਾਂ ਜਾਊਗਾ ਆਪਣੇ ਚਾਚੇ ਮਗਰ ਕਿ ਮੈਂ ਕੱਲ ਨੂੰ ਜੇ ਕਿਤੇ ਮੇਰਾ ਚਲਾਨ ਕੱਟਿਆ ਜਾਂਦਾ, ਚਾਚੇ ਨੂੰ ਫੋਨ ਕਰੂਗਾ, ਚਾਚਾ ਐਮਐਲਏ ਨੂੰ ਕਹੂਗਾ। ਇਹ ਵੀ ਬਹੁਤ ਵੱਡੀ ਤਰਾਸਦੀ ਹੈ ਨਾ। ਇਹ ਛੋਟੀ ਨਹੀਂ, ਇਹ ਜੜਾਂ ਬਹੁਤ ਲੰਬੀਆਂ ਹੋ ਗਈਆਂ ਦੀਆਂ। ਇਹ ਤਾਂ ਹੀ ਮੈਂ ਤੁਹਾਨੂੰ ਕਹਿਣਾ ਵੀ ਇਹ ਇੱਕ ਦਿਨ 'ਚ ਖਤਮ ਹੋਣ ਵਾਲਾ ਨਹੀਂ ਹੈਗਾ, ਜਾਂ ਇੱਕ ਬੰਦੇ ਨੂੰ, ਪਰ ਨੌਜਵਾਨਾਂ ਨੂੰ ਲਾਜ਼ਮੀ ਅੱਗੇ ਆਉਣਾ ਪਊਗਾ। ਇੱਕ ਦਿਨ ਜੇ ਆਪਾਂ ਇਹ ਨਾ ਸੋਚੀਏ ਨਾ ਵੀ 2022 'ਚ ਚੇਂਜ ਆ ਜਾਊਗਾ ਇਹ, ਜਾਂ 27 'ਚ ਚੇਂਜ ਆ ਜਾਊਗਾ। ਬਿਲਕੁਲ ਸਹੀ ਹੈ। ਜਿਹੜੇ ਸਿਸਟਮ ਨੂੰ ਬਣਨ ਨੂੰ ਕਿੰਨੇ ਸਾਲ ਲੱਗ ਗਏ, ਉਹਨੂੰ ਚੇਂਜ ਹੋਣ ਨੂੰ ਵੀ ਟਾਈਮ ਲੱਗੂਗਾ। ਲੋਕਾਂ ਨੂੰ ਮੈਂ ਫਿਰ ਕਹਿੰਦਾ ਪੇਸ਼ੈਂਸ ਰੱਖਣੀ ਪਊਗੀ, ਪੇਸ਼ੈਂਸ ਰੱਖਣੀ ਪਊਗੀ, ਅਤੇ ਇਹ ਮੁੱਦਿਆਂ ਨੂੰ ਦੀ ਰਾਜਨੀਤੀ ਤੇ ਲੈ ਕੇ ਆਉਣਾ ਪਊਗਾ ਲੀਡਰ ਨੂੰ। ਦੇਖੋ ਕਿਸਾਨੀ ਅੰਦੋਲਨ 'ਚ ਕਈ ਚੀਜ਼ਾਂ ਹੋਈਆਂ ਨੇ, ਮੁੱਦਿਆਂ ਦੀ ਰਾਜਨੀਤੀ ਵੀ ਹੋਣ ਲੱਗ ਗਈ ਹੈ, ਨੌਜਵਾਨ ਰਾਜਨੀਤੀ ਨੂੰ ਸਮਝਣ ਵੀ ਲੱਗ ਗਿਆ। ਬਿਲਕੁਲ।
ਤੇ ਬੋਲਣ ਵੀ ਲੱਗ ਗਿਆ। ਹੂੰ ਇਹ ਇੱਕ ਚੰਗੇ ਪਾਸੇ ਨੂੰ ਜਾ ਰਹੀ ਹੈ। ਬਿਲਕੁਲ, ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਲਾਭ ਮਿਲ ਇਹਦਾ ਲਾਭ ਮਿਲੂਗਾ। ਚੰਗੇ ਲੀਡਰ, ਚੰਗੇ ਨੌਜਵਾਨ ਲੋਕ ਲੀਡਰ ਬਣ ਕੇ ਆਣਗੇ। ਹੂੰ ਬਸ ਗੱਲ ਇਹ ਹੈ ਵੀ ਪੇਸ਼ੈਂਸ ਰੱਖਣ ਆਪਣੇ ਆਪ ਤੇ ਲੰਬਾ ਸੋਚਣ ਵੀ ਇਸ ਚੀਜ਼ ਨੂੰ ਚੇਂਜ ਕਿਵੇਂ ਕਰਨਾ। ਜਿਹੜੇ ਤੁਹਾਡੇ ਇਲਾਕੇ 'ਚ ਲੀਡਰ ਨੇ, ਇਹ ਨਹੀਂ ਦੇਖਣਾ ਮਤਲਬ ਮੈਂ ਜੋ ਫੀਲ ਕਰਦਾ ਨੌਜਵਾਨ ਕਿੱਥੇ ਫਸਦਾ, ਨੌਜਵਾਨ ਦਿਖਦਾ ਯਾਰ ਇਹਦੀ ਫੋਟੋ ਤਾਂ ਫਲਾਣੇ ਲੀਡਰ ਨਾਲ ਹੈ, ਹੂੰ ਇਹ ਵੱਡਾ ਹੋਊਗਾ ਜਾਂ ਇਹ ਫਲਾਣਾ ਬੰਦਾ। ਤਾਂ ਇਸ ਤੋਂ ਇਲਾਵਾ ਇਹ ਜ਼ਰੂਰ ਦੇਖਣਾ ਜਿਹਨੂੰ ਕਹਿੰਦੇ ਵੀ ਆਪਾਂ ਆਟੋਬਾਇਓਗ੍ਰਾਫੀ ਜਾਂ ਉਹਦਾ ਪ੍ਰੋਫਾਈਲ ਬਾਇਓ ਡਾਟਾ ਚੈੱਕ ਕਰਨਾ ਬਹੁਤ ਜ਼ਰੂਰੀ ਹੈ ਵੀ ਉਹਨੇ ਕੀਤਾ ਕੀ ਅਸਲ 'ਚ। ਹੂੰ ਠੀਕ ਆ, ਕਹਿਣ ਨੂੰ ਸਾਰੇ ਸਭ ਕੁਝ ਕਹਿੰਦੇ ਨੇ ਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਕਿਸੇ ਸਿਸਟਮ ਨੂੰ ਚੇਂਜ ਕਰਨ ਲਈ। ਦੇਖੋ ਇੱਕ ਪਾਣੀ ਦਾ ਗਲਾਸ ਹੈ, ਅੱਜ ਉਹ ਗੰਦਾ ਹੈ, ਜੇ ਆਪਾਂ ਨੂੰ ਡੋਲ ਕੇ ਨਵਾਂ ਪਾ ਦਾਂਗੇ ਉਹ ਸਿਸਟਮ ਉਲਟ ਫੁਲਟ ਹੋ ਜਾਊਗਾ। ਉਹਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਵੀ ਉਸ ਗੰਦੇ ਪਾਣੀ 'ਚ ਹੀ ਨਵਾਂ ਪਾਣੀ ਪਾਇਆ ਜਾਵੇ ਤਾਂ ਕਿ ਗੰਦਾ ਪਾਣੀ ਆਪਣੇ ਆਪ ਹੀ ਨਿਕਲ ਜਾਏ। ਤੇ ਜਿਸ ਸ਼ਹਿਰ 'ਚ ਮੈਂ ਰਾਜਨੀਤੀ ਕਰਦਾ, ਜਿੱਥੇ ਜਿਹੜੇ ਮੋਹਾਲੀ ਵਰਗੇ ਸ਼ਹਿਰ 'ਚ ਅਸੀਂ ਰਾਜਨੀਤੀ ਕਰਦੇ ਹਾਂ, ਇਸ ਸ਼ਹਿਰ 'ਚ ਵੀ ਬਹੁਤ ਵੱਡੇ ਵੱਡੇ ਬਿਜ਼ਨਸਮੈਨ ਲੋਕ ਰਾਜਨੀਤੀ ਕਰਦੇ ਨੇ। ਇੱਥੇ ਰਾਜਨੀਤੀ ਕਰਨਾ ਕੋਈ ਸੌਖਾ ਖੇਲ ਨਹੀਂ। ਬਹੁਤ ਕਰੋੜਾਂ ਅਰਬਾਂ ਰੁਪਏ ਦੀ ਪੋਲਿਟਿਕਸ ਇਨਵੋਲਵ ਹੈ ਇੱਥੇ। ਜੇ ਅਸੀਂ ਇੱਥੇ ਸਸਟੇਨ ਕਰ ਸਕਦੇ ਹਾਂ, ਮੇਰੇ ਪਰਿਵਾਰ 'ਚ ਮੇਰੇ ਮਦਰ ਗਵਰਨਮੈਂਟ ਟੀਚਰਸ ਤੇ ਮੇਰੇ ਫਾਦਰ ਗਵਰਨਮੈਂਟ ਸੁਪਰਡੈਂਟ ਰਿਟਾਇਰ ਹੋਏ ਨੇ, ਪੋਲਿਟਿਕਸ ਦੇ ਨਾਂ ਤੋਂ ਵੀ ਡਰਦੇ ਸੀ। ਜੇ ਅਸੀਂ ਇੱਥੇ ਸਸਟੇਨ ਕਰ ਸਕਦੇ ਹਾਂ, ਮੈਂ ਇਹ ਨਹੀਂ ਕਹਿੰਦਾ ਮੈਂ ਬਹੁਤ ਕੁਝ ਪ੍ਰਾਪਤ ਕਰ ਲਿਆ ਜਾਂ ਮੈਂ ਕੰਪਲੀਟ ਆ, ਮੈਂ ਸਸਟੇਨ ਕੀਤਾ ਇਸ ਪੋਲਿਟਿਕਸ 'ਚ। ਐਡੀ ਵੱਡੀ ਕਾਂਗਰਸ ਪਾਰਟੀ 'ਚ ਸਸਟੇਨ ਕਰਨਾ ਵੀ ਨੌਜਵਾਨਾਂ ਵਾਸਤੇ, ਕਾਂਗਰਸ ਪਾਰਟੀ 'ਚ ਹੀ ਸਸਟੇਨ ਕਰ ਸਕਦਾ, ਹੋਰ ਕਿਸੇ ਪਾਰਟੀ 'ਚ ਨਹੀਂ ਕਰ ਸਕਦਾ ਮੇਰੇ ਹਿਸਾਬ ਨਾਲ। ਤਾਂ ਹੋਰ ਨੌਜਵਾਨਾਂ ਨੂੰ ਵੀ ਇਸੇ ਤਰੀਕੇ ਨਾਲ ਪੋਲੀਟੀਕਲ ਸਿਸਟਮ 'ਚ ਜੁੜਨ ਦੀ ਜ਼ਰੂਰਤ ਹੈ। ਕਿਸੇ ਵਿਚਾਰਧਾਰਾ ਨਾਲ, ਕਿਸੇ ਪਾਰਟੀ ਨਾਲ ਜੁੜ ਕੇ ਲੰਬਾ ਸਮਾਂ ਕੰਮ ਕਰਨ ਦੀ ਜ਼ਰੂਰਤ ਹੈਗੀ। ਮੈਂ ਰਵੀ ਜੀ ਤੁਹਾਨੂੰ ਦੱਸਣਾ ਚਾਹੂੰਗਾ ਕਿ ਮੈਂ CGC ਲਾਂਡਰਾ ਤੋਂ ਬੀਟੈਕ ਕੀਤੀ ਤੇ 2006 'ਚ ਮੈਂ ਇੱਕ ਮਲਟੀਨੈਸ਼ਨਲ ਕੰਪਨੀ 'ਚ ਪਲੇਸਡ ਹੋ ਗਿਆ ਸੀ ਤੇ ਮੈਨੂੰ ਐਜ਼ ਅ ਟ੍ਰੇਨੀ 2.5 ਲੱਖ ਦਾ ਪੈਕੇਜ ਮਿਲਿਆ ਸੀ। ਪਰ ਮੈਨੂੰ ਪੋਲਿਟਿਕਸ ਮੇਰੇ ਵਾਸਤੇ ਪੈਸ਼ਨ ਸੀ, ਪ੍ਰੋਫੈਸ਼ਨ ਨਹੀਂ ਸੀ। ਤੇ ਮੈਂ ਪ੍ਰੋਫੈਸ਼ਨ ਸੌਫਟਵੇਅਰ ਨੂੰ ਹੀ ਰੱਖਿਆ ਆਪਣਾ ਨਾਲ, ਮੈਂ ਜੌਬ ਕੀਤੀ ਤੇ ਪੈਸ਼ਨ ਵੀ ਆਪਣਾ ਨਾਲ ਦੀ ਨਾਲ ਪੋਲਿਟਿਕਸ ਦਾ ਕਰਦਾ ਰਿਹਾ। ਤੇ ਅੱਜ ਮੈਂ ਇੱਕ ਕੰਪਨੀ ਵੀ ਰਨ ਕਰ ਰਿਹਾ ਤੇ ਫੁੱਲ ਟਾਈਮ ਪੋਲਿਟਿਕਸ ਵੀ ਕਰ ਰਿਹਾ। ਜਿਵੇਂ ਤੁਸੀਂ ਕਹਿ ਰਹੇ ਹੋ ਯੂਥ ਕਾਂਗਰਸ 'ਚ ਮੈਂ ਲੋਕ ਸਭਾ ਦਾ ਪ੍ਰਧਾਨ ਵੀ ਰਿਹਾ ਯੂਥ ਕਾਂਗਰਸ ਦਾ 2018 'ਚ। ਅੱਜ ਮੈਂ ਸੈਕਟਰੀ ਆਫਿਸ ਇੰਚਾਰਜ ਹਾਂ ਪੰਜਾਬ ਯੂਥ ਕਾਂਗਰਸ ਦਾ। ਤੇ ਉੱਥੇ ਦੂਜੀ ਗੱਲ ਇਹ ਆ ਜਾਂਦੀ ਹੈ ਵੀ ਪ੍ਰੋਫੈਸ਼ਨ ਤੇ ਪੈਸ਼ਨ 'ਚ ਦੋਨਾਂ 'ਚ ਫਰਕ ਹੋਣਾ ਬਹੁਤ ਜ਼ਰੂਰੀ ਹੈ। ਪਰ ਪੋਲਿਟਿਕਸ ਹੋਈ ਪ੍ਰੋਫੈਸ਼ਨ ਨਹੀਂ ਗਈ ਨਾ ਅੱਜ ਕੱਲ ਤਾਂ ਸੋਚ ਕੇ ਹੀ ਬੰਦਾ ਪੋਲਿਟਿਕਸ ਦੇ ਵਿੱਚ ਇਹ ਆਉਂਦਾ ਕਿ ਕੱਲ ਨੂੰ ਮੇਰੀਆਂ ਕੁਲਾਂ ਸੁਧਰ ਸਕਦੀਆਂ। ਮੈਂ ਮੇਰੇ ਨਾਲ ਕਿਸੇ ਸੱਜਣ ਨੇ ਕੋਈ ਗੱਲ ਕਰ ਰਿਹਾ ਸੀ, ਉਹ ਵੀ ਪੋਲਿਟਿਕਸ ਦੇ ਵਿੱਚ ਪੈਰ ਧਰ ਰਹੇ ਨੇ ਔਰ ਐਕਟਿਵ ਹੋ ਰਹੇ ਨੇ ਆਪਣੇ ਕਿਸੇ ਸ਼ਹਿਰ ਦੇ ਵਿੱਚ। ਤਾਂ ਉਹਨਾਂ ਨੇ ਮੇਰੇ ਨਾਲ ਜਿਹੜੀ ਗੱਲ ਸਾਂਝੀ ਕਰ ਰਹੇ ਸੀ ਤਾਂ ਉਹ ਇਹੀ ਦੱਸ ਰਹੇ ਸੀ ਕਿ ਪੋਲਿਟਿਕਸ ਇੱਕ ਐਸਾ ਪਲੇਟਫਾਰਮ ਹੈ ਜਿੱਥੇ ਤੁਸੀਂ ਆਪਣੀਆਂ ਆਉਣ ਵਾਲੀਆਂ 3 ਜਾਂ 4 ਕੁਲਾਂ ਸੁਧਾਰ ਕੇ ਜਾ ਸਕਦੇ ਹੋ। ਇੱਕ ਵਾਰ ਪੋਲਿਟਿਕਸ ਦੇ ਵਿੱਚ ਆ ਗਏ ਤਾਂ ਤੁਸੀਂ ਬਹੁਤ ਕੁਝ ਅਚੀਵ ਕਰ ਲੈਣਾ ਹੁੰਦਾ। ਲੋਕਾਂ ਦੀ ਤਾਂ ਸੋਚ ਹੀ ਇਹ ਹੈ ਪ੍ਰੋਫੈਸ਼ਨ, ਪਰ ਪੈਸ਼ਨ ਬਹੁਤ ਘੱਟ ਲੋਕ ਮਨਾਉਂਦੇ ਆ। ਜਿਵੇਂ ਤੁਸੀਂ ਕਿਹਾ ਕਿ ਮੈਂ ਤਾਂ ਪੈਸ਼ਨ ਦੇ ਤੌਰ ਤੇ ਆਇਆ, ਪ੍ਰੋਫੈਸ਼ਨ ਵੱਖਰਾ ਰੱਖਿਆ, ਪਰ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਸਮਾਪਤ ਹੋ ਰਹੀ ਹੈ, ਖਤਮ ਹੋ ਰਹੀ ਹੈ। ਨਹੀਂ, ਮੈਂ ਤੁਹਾਡੇ ਨਾਲ ਸਹਿਮਤ ਨਹੀਂ ਇਸ ਗੱਲ ਨੂੰ ਲੈ ਕੇ। ਜਿਹੜਾ ਕੋਈ ਬੰਦਾ ਇਹਨੂੰ ਪ੍ਰੋਫੈਸ਼ਨ ਲੈ ਕੇ ਆਉਂਦਾ, ਸੋਚ ਕੇ ਆਉਂਦਾ ਕਿ ਵੀ ਮੈਂ ਪੈਸਾ ਕਮਾਊਂਗਾ ਇਸ ਤੋਂ, ਉਹਦੀ ਲੰਬੀ ਰਾਜਨੀਤੀ ਨਹੀਂ ਹੁੰਦੀ ਕਿਉਂਕਿ ਉਹਦਾ ਸਬਰ ਟੁੱਟ ਜਾਂਦਾ, ਉਹਦੀ ਪੇਸ਼ੈਂਸ ਟੁੱਟ ਜਾਂਦੀ ਹੈ। ਜਦੋਂ ਪੈਸਾ ਇਹ ਕੋਈ ਐ ਨਹੀਂ ਹੈਗਾ ਵੀ ਤੁਸੀਂ ਆ ਗਏ ਕੱਲ ਨੂੰ ਤੁਹਾਨੂੰ ਉੱਥੇ ਪੈਸੇ ਦੇ ਭੰਡਾਰ ਮਿਲਣ ਲੱਗ ਜਾਣਗੇ। ਤੇ ਇਸ ਗੱਲ ਨਾਲ ਵੀ ਸਹਿਮਤ ਨਹੀਂ ਕਿ ਸਾਰੇ ਪੋਲੀਟੀਸ਼ੀਅਨ ਪੈਸਾ ਕਮਾ ਹੀ ਰਹੇ ਨੇ। ਕੁਝ ਚੰਦ ਲੋਕ ਨੇ ਜਿਹੜਾ ਪੈਸਾ ਕਮਾ ਰਹੇ ਨੇ, ਜ਼ਿਆਦਾਤਰ ਲੋਕ ਪੈਸਾ ਲਾ ਹੀ ਰਹੇ ਨੇ। ਜੇ ਆਪਾਂ ਪਿੰਡਾਂ ਦੀ ਸਰਪੰਚੀਆਂ ਦੀ ਗੱਲ ਕਰੀਏ ਜਿੱਥੋਂ ਲੀਡਰਸ਼ਿਪ ਸਟਾਰਟ ਹੁੰਦੀ ਹੈ, ਸਰਪੰਚ ਤਰਾਸਦੀ ਕਿੱਥੇ ਹੋ ਗਈ ਕਿ ਸਰਪੰਚ 20-25 ਲੱਖ ਰੁਪਈਆ ਲਾ ਕੇ ਸਰਪੰਚ ਬਣਦਾ। ਉੱਥੋਂ ਲੋਕ ਉਸੇ ਪਿੰਡ ਦੇ ਉਹਦੇ ਭਾਈਚਾਰਾ ਹੀ ਉਸ ਤੋਂ 20-25 ਲੱਖ ਰੁਪਈਆ ਲਵਾ ਦਿੰਦਾ। ਉਹਦੇ ਭਾਈਚਾਰਾ ਜਾਂ ਆਪਣੇ ਪਿੰਡ ਦੇ ਲੋਕ, ਆਪਾਂ ਇੱਕ ਵਰਡ ਸਰਪੰਚੀ ਵਾਸਤੇ ਵੀ ਵਿਕ ਜਾਂਦੀ, ਦੀ ਇਲੈਕਸ਼ਨ ਵਾਸਤੇ ਵੀ ਆਪਾਂ ਬੋਤਲ ਤੇ ਵੀ ਲੋਕ ਵਿਕ ਜਾਂਦੇ। ਤੇ ਉੱਥੋਂ ਖਰਾਬ ਹੁੰਦੀ ਹੈ ਪੋਲਿਟਿਕਸ। ਜਿੱਦਣ ਆਪਾਂ ਸਰਪੰਚ ਇਮਾਨਦਾਰ ਚੁਣਨ ਲੱਗ ਗਏ, ਬਿਨਾਂ ਪੈਸੇ ਤੋਂ ਚੁਣਨ ਲੱਗ ਗਏ, ਉਹ ਲੀਡਰ ਅਸਲ 'ਚ ਸਰਪੰਚ ਹੀ ਹੁੰਦਾ।
ਜਦੋਂ ਉਹ ਚੁਣਨ ਲੱਗ ਗਏ ਤਾਂ ਕਿਸੇ ਲੀਡਰ ਦੀ ਜ਼ਰੂਰਤ ਨਹੀਂ ਕਿ ਵੀ ਉਸ ਤੋਂ ਕੋਈ ਗਲਤ ਕੰਮ ਕਰਾ ਲਵੇ। ਜਦੋਂ ਇਹ ਬਿਲਕੁਲ ਬੜੀ ਸ਼ਾਨਦਾਰ ਗੱਲ ਹੈ ਇਹ, ਔਰ ਇਹ ਦੇਖਦੇ ਰਹੇ ਆ। ਮੈਂ ਇੱਥੇ ਚਲੋ ਆਪਣੀ ਬੜੀ ਅੱਛੀ ਕਨਵਰਸੇਸ਼ਨ ਹੋ ਰਹੀ ਹੈ ਤਾਂ ਮੈਂ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਮੇਰੇ ਪਿੰਡ ਦੇ ਵਿੱਚ ਅਜਿਹਾ ਹੋਇਆ ਹੈ। ਮੇਰੇ ਆਪਣੇ ਪਿੰਡ ਦੇ ਵਿੱਚ ਸਾਡੇ ਪਿੰਡ ਨੇ ਬੜਾ ਵੱਡਾ ਇਨੀਸ਼ੀਏਟ ਲਿਆ। ਮੇਰੇ ਪਿੰਡ ਦੇ ਸਾਬਕਾ ਸਰਪੰਚ ਸਾਹਿਬ ਨੇ, ਇੱਕ ਸਾਬਕਾ ਫੌਜੀ ਸੀ, ਉਹ ਬੜਾ ਇਮਾਨਦਾਰ ਬੰਦਾ ਸੀ। ਉਹਨੂੰ ਨਹੀਂ ਪਤਾ ਸੀ ਮੈਂ ਸਰਪੰਚ ਬਣਨਾ। ਸਾਰੇ ਪਿੰਡ ਨੇ ਰਾਏ ਕੀਤੀ ਗੁਰਦੁਆਰਾ ਸਾਹਿਬ 'ਚ ਬੈਠ ਕੇ, ਕਹਿੰਦੇ ਵੀ ਜਸਵੀਰ ਸਿੰਘ ਹੋਰਾਂ ਨੂੰ ਬੁਲਾਓ, ਉਹ ਆਪਣੇ ਪਿੰਡ ਦੇ ਸਰਪੰਚ ਨੇ। ਬੜਾ ਇਮਾਨਦਾਰ ਬੰਦਾ, ਉਹ ਕਦੇ ਪੋਲੀਟਿਕਸ ਦੇ ਵਿੱਚ ਨਹੀਂ ਆਇਆ, ਆਪਣੀ ਜੌਬ ਕਰਦਾ ਸੀ, ਆਪਣੇ ਬੱਚੇ ਪਾਲਦਾ ਸੀ, ਦੈਟਸ ਇਟ। ਲੋਕਾਂ ਨੇ ਚੁਣ ਲਿਆ, ਜਾ ਕੇ ਉਹਦੇ ਘਰੇ ਜਾ ਕੇ ਉਹਦੇ ਗਲ ਦੇ ਵਿੱਚ ਹਾਰ ਪਾਤੇ ਕਿ ਤੂੰ ਸਰਪੰਚੀ ਕਰ, ਤੇ ਅੱਜ ਤੱਕ ਬਿਲਕੁਲ ਹੀ ਉਸ ਬੰਦੇ ਤੇ ਕੋਈ ਦਾਗ ਨਹੀਂ ਹੈਗਾ ਤੇ ਪਿੰਡ ਦੇ ਕੰਮ ਬੜੇ ਸ਼ਾਨਦਾਰ ਤਰੀਕੇ ਨਾਲ ਕਰਵਾ ਰਿਹਾ। ਔਰ ਇਹ ਉਦਾਹਰਨ ਮੈਂ ਆਪਣੇ ਪਿੰਡ ਦੀ ਕਿਉਂ ਸਾਂਝੀ ਕਰ ਰਿਹਾ, ਕਿਉਂਕਿ ਮੈਂ ਉਸ ਪਿੰਡ ਦਾ ਬਸ਼ਿੰਦਾ ਜਿਸ ਪਿੰਡ ਨੇ ਇਨੀਸ਼ੀਏਟ ਲਿਆ। ਹੁਣ ਬਾਕੀ ਪਿੰਡਾਂ ਦੇ ਵਿੱਚ ਵੀ ਜੇਕਰ ਅਜਿਹਾ ਹੋਣ ਲੱਗ ਜੇ, ਪਰ ਜ਼ਿਆਦਾਤਰ ਟੱਕਰ ਇਹ ਹੁੰਦੀ ਹੈ ਕਿ ਮੈਂ ਆਪਣੀ ਬਲੈਰੋ ਦੇ ਉੱਪਰ ਜਾਂ ਗੱਡੀ ਦੇ ਉੱਪਰ ਸਰਪੰਚ ਕਿਵੇਂ ਲਿਖਾਉਣਾ, ਮੈਂ ਆਪਣੇ ਸ਼ਰੀਕ ਨੂੰ ਕਿਵੇਂ ਹਰਾਉਣਾ। ਇਹ ਚੀਜ਼ਾਂ ਕਿਤੇ ਨਾ ਕਿਤੇ ਸਾਨੂੰ ਤਬਾਹ ਕਰ ਰਹੀਆਂ ਔਰ ਬੜੀ ਤੇਜ਼ੀ ਨਾਲ ਚੱਲ ਰਹੀਆਂ ਚੀਜ਼ਾਂ ਇਹ। ਤਾਂ ਮੈਂ ਇਹੀ ਤੁਹਾਨੂੰ ਕਹੂੰਗਾ ਵੀ ਜਦੋਂ ਤੱਕ ਆਪਾਂ ਆਪਣੇ ਪਿੰਡ ਨੂੰ ਨਹੀਂ ਸੁਧਾਰਨਾ ਸਕਦੇ, ਜੇ ਆਪਾਂ ਸਭ ਤੋਂ ਪਹਿਲਾਂ ਆਪਾਂ ਨੂੰ ਪਿੰਡ ਨੂੰ ਸੁਧਾਰਨ ਦੀ, ਹਰ ਬੰਦਾ ਗੱਲ ਕਰਦਾ ਗਲੀ ਚੌਰਾਹਾਂ ਤੇ ਕਿ ਪੰਜਾਬ 'ਚ ਵੀ ਮੈਨੂੰ ਬਹੁਤ ਪੋਲੀਟੀਕਲ ਅਵੇਅਰਨੈਸ ਹੈ, ਮੇਰੇ ਹਿਸਾਬ ਨਾਲ ਐਵੇਂ ਹੋ ਜੇ ਤਾਂ ਮੈਂ ਪੰਜਾਬ ਚੇਂਜ ਹੋ ਸਕਦਾ। ਮੈਂ ਵੀ ਤੁਹਾਡੇ ਸਾਹਮਣੇ ਗੱਲਾਂ ਕਰ ਰਿਹਾ, ਠੀਕ ਹੈ ਨਾ ਗੱਲ, ਪਰ ਐਕਚੁਅਲ 'ਚ ਬੰਦੇ ਨੂੰ ਪਹਿਲਾਂ ਆਪਣੇ ਘਰੋਂ ਸਟਾਰਟ ਕਰਨਾ ਚਾਹੀਦਾ। ਬਿਲਕੁਲ ਸਹੀ। ਸਿੱਧਾ ਐਮਐਲਏ ਐਮਪੀ ਤੇ ਦੋਸ਼ ਲਾਉਣ ਨਾਲੋਂ ਪਹਿਲਾਂ ਬੰਦਾ ਪਿੰਡ ਦਾ ਸਰਪੰਚ ਵਧੀਆ ਚੁਣੀਏ। ਬਿਲਕੁਲ ਸਹੀ ਹੈ, ਇਹ ਜ਼ਰੂਰੀ ਬਣ ਜਾਂਦਾ, ਇਹ ਬਹੁਤ ਜ਼ਰੂਰੀ ਹੈ। ਠੀਕ ਹੈ, ਆਪਾਂ ਹੁਣ ਤੁਹਾਡੀ ਸਰਕਾਰ ਵਾਲੇ ਪਾਸੇ ਨੂੰ ਮੁੜਦੇ ਹਾਂ। ਇਹਦੇ ਨਾਲ ਵੀ ਲੋਕਾਂ ਨੂੰ ਇੱਕ ਸੁਨੇਹਾ ਜ਼ਰੂਰ ਮਿਲੂਗਾ, ਮੈਨੂੰ ਲੱਗ ਰਿਹਾ ਕਿ ਪੰਜਾਬ ਦੇ ਮੁੱਦੇ ਇਸ ਵੇਲੇ ਬੇਅਦਬੀ ਦਾ ਮਾਮਲਾ ਹੈ ਔਰ ਉੱਭਰ ਕੇ ਸਾਹਮਣੇ ਆ ਰਿਹਾ ਬੇਰੁਜ਼ਗਾਰੀ ਵੀ। ਹਾਲਾਂਕਿ ਮੁੱਖ ਮੰਤਰੀ ਸਾਹਿਬ ਨੇ ਇਹ ਕਹਿ ਤਾਂ ਦਿੱਤਾ ਕਿ ਅਸੀਂ 1 ਲੱਖ ਨੌਕਰੀ ਜਿਹੜੀ ਉਹ ਕੱਢ ਰਹੇ ਹਾਂ, ਉਹਦਾ ਪ੍ਰੋਸੈਸ ਚੱਲ ਰਿਹਾ। ਚੰਗੀ ਗੱਲ ਹੈ, 1 ਲੱਖ ਨੌਜਵਾਨ